बाल जन्मत सब रोते, बिगसत एह जिव आनंद होते। अल्प बुध क्यों ताय लखाही, जन्म मरण इस पीरा नाही। वाहिगुरु जी का खालसा, वाहिगुरु जी की फतेह। जुगो जुग अटल शब्द गुरु, बाणी के बोहित चवर तखत मालक। दसां पातशाहियां जी के आत्मक जोत स्वरूप, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੁਭਾਇਮਾਨ ਗੁਰੂ ਸਵਾਰੇ, ਗੁਰੂ ਪਿਆਰੇ, ਖਾਲਸਾ ਸਤ ਸੰਗ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ, ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਦਾ। ਰਾਏ ਭੋਏ ਦੀ ਤਲਵੰਡੀ, ਜਿੱਥੇ ਬਾਬਾ ਸ਼ਿਵ ਰਾਮ ਜੀ ਰਹਿੰਦੇ ਹਨ, ਉਹਨਾਂ ਦੇ ਘਰੇ ਦੋ ਪੁੱਤਰਾਂ ਦਾ ਜਨਮ ਹੋਇਆ। ਵੱਡੇ ਨੂੰ ਕਾਲੂ ਕਰਕੇ ਜਾਣਦੇ ਤੇ ਛੋਟੇ ਨੂੰ ਲਾਲੂ ਕਰਕੇ। ਜੋ ਕਾਲੂ ਜੀ ਹਨ ਵੱਡੇ ਸੁਪੁੱਤਰ, ਉਹ ਕਈ ਜਨਮਾਂ ਤੋਂ ਜਪ ਤਪ ਕਰਦੇ ਆ ਰਹੇ ਨੇ, ਔਰ ਉਹਨਾਂ ਦੀ ਭਾਵਨਾ ਹੈ ਕਿ ਜਿਵੇਂ ਵਿਸ਼ਨੂੰ ਜੀ ਨੇ ਪਹਿਲਾਂ ਅਵਤਾਰ ਧਾਰਨ ਕੀਤਾ, ਉਹ ਮੇਰੇ ਘਰੇ ਵੀ ਆ ਕੇ ਅਵਤਾਰ ਧਾਰਨ ਕਰੇ, ਮੈਂ ਉਸ ਨੂੰ ਪੁੱਤਰ ਦੇ ਰੂਪ ਦੇ ਵਿੱਚ ਵੇਖਣਾ ਚਾਹੁੰਦਾ। ਹੁਣ ਉਹ ਜਿਹੜੀ ਭਾਵਨਾ ਪਰਮਾਤਮਾ ਨੇ ਇਸ ਜਨਮ ਦੇ ਵਿੱਚ ਪੂਰੀ ਕਰਨ ਦੀ ਠਾਣੀ। ਬਾਬਾ ਸ਼ਿਵ ਰਾਮ ਜੀ ਨੇ ਆਪਣੇ ਵੱਡੇ ਪੁੱਤਰ ਕਾਲੂ ਜੀ ਨੂੰ ਚਹਿਲ ਪਿੰਡ ਦੇ ਅੰਦਰ ਮਾਤਾ ਤ੍ਰਿਪਤਾ ਜੀ ਦੇ ਨਾਲ ਵਿਆਹੁਣਾ ਕੀਤਾ। ਹੁਣ ਦੋਵੇਂ ਜਣੇ ਆਪਣੀ ਜ਼ਿੰਦਗੀ ਜਿਉ ਰਹੇ ਨੇ। ਵਾਹਿਗੁਰੂ ਪਰਮੇਸ਼ਰ ਜੀ ਨੇ ਪਹਿਲੀ ਬੱਚੀ ਬਖਸ਼ੀ। ਨਾਨਕੇ ਪਿੰਡ ਜਨਮ ਹੋਣ ਕਰਕੇ ਨਾਮ ਨਾਨਕੀ ਰੱਖਣਾ ਕੀਤਾ। ਦੂਸਰੀ ਵਾਰੀ ਮਾਲਕ ਨੇ ਫਿਰ ਕਿਰਪਾ ਕੀਤੀ ਕਿ ਪਿਤਾ ਕਲਿਆਣ ਚੰਦ ਜੀ ਮਹਿਤਾ ਦੇ ਘਰੇ ਮਾਤਾ ਤ੍ਰਿਪਤਾ ਜੀ ਦੇ ਕੋਲੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ। ਅੱਧੀ ਰਾਤ ਤੋਂ ਇੱਕ ਘੜੀ ਉੱਪਰ ਲੰਘੀ, ਜਦੋਂ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਦੋਵੇਂ ਲੋਕਾਂ ਦੇ ਵਿੱਚ ਸੁੱਖ ਮਹਿਸੂਸ ਕੀਤਾ ਜਾ ਰਿਹਾ ਹੈ। ਸਾਰੇ ਜੜ ਜੰਗਮ ਆਨੰਦ ਦੇ ਵਿੱਚ ਨੇ, ਪਰ ਕਿਸੇ ਨੂੰ ਸਮਝ ਨਹੀਂ ਹੈ। ਜੋ ਹੀ ਦੌਲਤਾਂ ਦਾਈ ਨੇ ਸਤਿਗੁਰਾਂ ਜੀ ਨੂੰ ਆਪਣੇ ਗੋਦ ਦੇ ਵਿੱਚ ਲਿਆ, ਵੇਖ ਕੇ ਹੈਰਾਨ ਹੋ ਜਾਂਦੀ ਹੈ ਵੀ ਉਹ ਜਿਵੇਂ ਹੱਸਦੇ ਨੇ ਔਰ ਉਹਦੇ ਪਿੱਛੇ ਸਾਰਾ ਸੰਸਾਰ ਹੱਸਦਾ ਹੋਵੇ। ਸਮਝ ਨਹੀਂ ਹੈ, ਸੋਚਦੀ ਹੈ ਮੈਂ ਇਹਨੂੰ ਸ਼ਗਨ ਕਹਾਂ ਜਾਂ ਮੈਂ ਕੁਸ਼ਗਨ ਕਹਾਂ।
ਕਿਉਂਕਿ ਬੱਚੇ ਦਾ ਜਦੋਂ ਉਹ ਜਨਮ ਹੁੰਦਾ ਹੈ ਤੇ ਸਾਰੇ ਬੱਚੇ ਰੋਂਦੇ ਨੇ, ਪਰ ਇਹ ਹੱਸ ਰਿਹਾ ਹੈ। ਇਹਦੇ ਪਿੱਛੇ ਸਾਰਾ ਸੰਸਾਰ ਹੱਸਣ ਦੀ ਆਵਾਜ਼ ਆਉਂਦੀ। ਇਸ ਤਰ੍ਹਾਂ ਦੌਲਤਾਂ ਦਾ ਹੀ ਸੋਚੀ ਪਈ ਹੋਈ ਹੈ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨਤ ਬਾਲ ਜਨਮਤ ਸਭ ਰੋਤੇ। ਸਾਰੇ ਬੱਚੇ ਜਨਮ ਵੇਲੇ ਰੋਂਦੇ ਨੇ। ਜੇ ਬੱਚਾ ਨਹੀਂ ਰੋਂਦਾ ਤਾਂ ਉਸ ਨੂੰ ਰਵਾਇਆ ਜਾਂਦਾ। ਡਾਕਟਰ ਪੁੱਠਾ ਕਰ ਦਿੰਦੇ ਬੱਚੇ ਨੂੰ ਪਕੜ ਕੇ ਪੈਰਾਂ ਤੋਂ, ਉਹਦੀ ਪਿੱਠ ਦੇ ਵਿੱਚ ਥੱਪੜੇ ਮਾਰਦੇ ਨੇ ਵੀ ਇਹ ਬੱਚਾ ਰੋਵੇ। ਨਾ ਰੋਵੇ ਤੇ ਤੰਦਰੁਸਤ ਨਹੀਂ ਸਮਝਿਆ ਜਾਂਦਾ। ਸੰਸਾਰ ਦਾ ਜਿਹੜਾ ਵਿਚਾਰ ਹੈ ਇਹਦੇ ਪਿੱਛੇ, ਉਹ ਕਹਿੰਦੇ ਵੀ ਇਹ ਜਨਮ ਦੀ ਪੀੜਾ ਹੈ, ਕਿ ਬੱਚਾ ਜਨਮ ਦੀ ਪੀੜਾ ਕਰਕੇ ਰੋਂਦਾ ਹੈ। ਜੇ ਜਨਮ ਦੀ ਪੀੜਾ ਹੋਵੇ ਤੇ ਬੱਚਾ ਉਦੋਂ ਹੀ ਰੋਵੇ। ਬੱਚਾ ਜਨਮ ਲੈਣ ਤੋਂ ਬਾਅਦ ਰੋਂਦਾ, ਨਹੀਂ ਰੋਂਦਾ ਤੇ ਉਸ ਨੂੰ ਰਵਾਇਆ ਜਾਂਦਾ ਹੈ। ਬੱਚਾ ਠੀਕ ਨਹੀਂ ਹੈ ਜੇ ਨਹੀਂ ਰੋਇਆ। ਹੁਣ ਭਾਈ ਗੁਰਦਾਸ ਜੀ ਕਹਿੰਦੇ ਵੀ ਇਹ ਜਨਮ ਦਾ ਪੀੜਾ ਨਹੀਂ ਹੈ, ਜਨਮ ਦੀ ਪੀੜਾ ਨਹੀਂ ਹੈ। ਉਹ ਰੋਗ ਹੈ ਰਤਨ ਗਵਾਇਕ ਹੈ। ਕਹਿੰਦੇ ਬੱਚਾ ਇਸ ਕਰਕੇ ਰੋਂਦਾ ਹੈ ਵੀ ਉਹਨੇ ਇੱਕ ਰਤਨ ਗਵਾਤਾ, ਉਹਦੇ ਹੱਥੋਂ ਇੱਕ ਰਤਨ ਚਲਾ ਗਿਆ, ਨਾਮ ਦਾ ਰਤਨ ਚਲਾ ਗਿਆ, ਉਹ ਤਾਂ ਰੋਂਦਾ ਹੈ। ਹੁਣ ਇੱਕ ਨਵੇਂ ਜਨਮੇ ਬੱਚੇ ਦੀ ਆਵਾਜ਼ ਹੈ ਰੋਣ ਦੀ, ਇੱਕ ਆਪਣੀ ਆਵਾਜ਼ ਹੈ। ਆਪਾਂ ਜਨਮ ਵੇਲੇ ਵੀ ਰੋਏ ਆ ਨਾ, ਤੇ ਸਾਰੀ ਉਮਰ ਬੰਦਾ ਰੋਂਦਾ ਹੀ ਰਹਿੰਦਾ, ਸਾਰੀ ਉਮਰ। ਪਰ ਉਸ ਤਰ੍ਹਾਂ ਨਹੀਂ ਰੋਂਦਾ ਜਿਵੇਂ ਜਨਮ ਵੇਲੇ ਰੋਂਦਾ ਹੈ। ਰੋਣ ਚੰਤਰ ਹੈ, ਕਿਉਂਕਿ ਉਦੋਂ ਰੋਇਆ ਸੀ ਰਤਨ ਗਵਾ ਕੇ। ਕੇਲੀ ਵਿੱਚ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਨਮ ਵੇਲੇ ਸੁਰਤ ਟੁੱਟੀ ਪ੍ਰਮਾਤਮਾ ਦੇ ਨਾਲੋਂ, ਕਿਉਂਕਿ ਉਦਰ ਦੇ ਵਿੱਚ ਸਿਮਰਨ ਕਰ ਰਿਹਾ ਸੀ, ਸਿਮਰਨ ਕਰਕੇ ਬਚਿਆ ਹੋਇਆ ਸੀ। ਕਿ ਹੁਣ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ, ਹੁਣ ਉਧਰੋਂ ਸੁਰਤ ਟੁੱਟ ਗਈ, ਤ੍ਰਿਸ਼ਨਾ ਲੱਗ ਗਈ। ਉਦੋਂ ਰੋਇਆ ਸੀ ਸੁਰਤ ਟੁੱਟਣ ਕਰਕੇ, ਤੇ ਹੁਣ ਰੋਂਦਾ ਪਦਾਰਥਾਂ ਦੇ ਕਰਕੇ, ਦੁਨਿਆਵੀ ਪਦਾਰਥਾਂ ਕਰਕੇ। ਮੁੜ ਕੇ ਉੱਥੇ ਹੀ ਸੁਰਤ ਟਿਕਾਣੇ ਆ ਜਾਵੇ, ਉਸੇ ਤਰ੍ਹਾਂ ਹੀ ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸਿਮਰਨ ਬਣਿਆ ਸੀ ਨਾ, ਆਨੰਦ ਬਣਿਆ ਸੀ, ਉਸ ਤਰ੍ਹਾਂ ਫੇਰ ਬਣ ਜੇ। ਉਹ ਸਤਿਗੁਰੂ ਜੀ ਕਿਰਪਾ ਕਰਕੇ ਬਣਾਉਂਦੇ। ਮਾਤਾ ਦੇ ਉਦਰ ਦੇ ਵਿੱਚ ਸਰੀਰ ਦਾ ਜਿਹੜਾ ਉਹ ਅਭਾਵ ਸੀ, ਪਤਾ ਨਹੀਂ ਸੀ ਹੈ ਵੀ ਮੈਂ ਸਰੀਰ ਹਾਂ, ਨਹੀਂ। ਸਰੀਰ ਦਾ ਪਤਾ ਨਾ ਹੋਣ ਕਰਕੇ ਨਾ ਇਹਨੂੰ ਖੁਰਾਕ ਦੀ ਲੋੜ ਸੀ, ਭੁੱਖ ਨਾ ਪਿਸ਼ਾਕ ਦੀ ਲੋੜ ਸੀ। ਪਿਸ਼ਾਕ ਦੀ ਲੋੜ ਨਹੀਂ ਸੀ ਵੀ ਕਾ ਤਨ ਢਕਣਾ,
ਖੁਰਾਕ ਦੀ ਲੋੜ ਨਹੀਂ ਸੀ, ਕਿਉਂਕਿ ਖੁਰਾਕ ਮਾਤਾ ਦੀ ਖੁਰਾਕ ਚੋਂ ਮਿਲੀ ਜਾਂਦੀ ਸੀ। ਉਦੋਂ ਲੋੜ ਕੋਈ ਨਹੀਂ ਸੀ। ਤੇ ਫਿਰ ਉੱਥੇ ਸੁਰੱਖਿਅਤ, ਪੂਰੀ ਸਿਕਿਉਰਿਟੀ, ਕੋਈ ਡਰ ਨਹੀਂ। ਇਹ ਸਤਿਗੁਰੂ ਜੀ ਕਹਿੰਦੇ ਮੁੜ ਕੇ ਹੁਣ ਉੱਥੇ ਹੀ ਆ ਜਾਓ, ਉੱਥੇ ਹੀ ਆ ਜਾਓ ਜਿੱਥੇ ਸਾਂ। ਖੁਰਾਕ ਮਿਲੀ ਜਾਣੀ, ਪੁਸ਼ਾਕ ਮਿਲੀ ਜਾਣੀ, ਫਿਕਰ ਨਾ ਕਰੋ, ਡਰਨ ਦੀ ਲੋੜ ਨਹੀਂ ਹੈ। ਕੋਈ ਨਹੀਂ ਮਾਰ ਸਕਦਾ, ਕੋਈ ਕੁਝ ਨਹੀਂ ਵਿਗਾੜ ਸਕਦਾ। ਬਸ ਫਿਰ ਉੱਥੇ ਸੁਰਤ ਜੁੜ ਜਾਂਦੀ। ਮੈਂ ਜਦੋਂ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਵਾਲਿਆਂ ਦਾ ਜੀਵਨ ਪੜ੍ਹਿਆ, ਸੰਤ ਬਾਬਾ ਈਸਰ ਸਿੰਘ ਜੀ, ਉਹ ਆਪਣੇ ਅਭਿਆਸ ਦੀਆਂ ਗੱਲਾਂ ਦੱਸਦੇ ਆ ਵੀ ਜਦੋਂ ਉਹ ਅਭਿਆਸ ਕਰਿਆ ਕਰਦੇ ਸਨ ਆਪਣੇ ਪਿੰਡ ਆਲੋਵਾਲ ਹੁੰਦੇ ਹੋਏ। ਸ਼ੁਰੂਆਤ ਦੀਆਂ ਗੱਲਾਂ ਨੇ, ਸੰਸਕਾਰ ਸ਼ੁਰੂ ਹੁੰਦੇ ਨੇ, ਸ਼ੁਰੂ ਤੋਂ ਬਚਪਨ ਤੋਂ ਹੀ ਹੁੰਦੇ ਨੇ। ਉਹ ਕਹਿੰਦੇ ਵੀ ਮੈਂ ਪ੍ਰਸ਼ਾਦਾ ਛਕਣਾ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਬਾਹਰ ਆ ਜਾਣਾ। ਅੱਜ ਜਿੱਥੇ ਸਕੂਲ ਆ ਨਾ ਆਲੋਵਾਲ ਦਾ, ਖੱਬੇ ਹੱਥ ਬਣਿਆ, ਇੱਥੇ ਟੋਭਾ ਹੁੰਦਾ ਸੀ। ਟੋਭਾ ਭਰ ਕੇ ਸਕੂਲ ਬਣਿਆ ਹੋਇਆ ਹੈ। ਫਿਰ ਆ ਕੇ ਕਹਿੰਦੇ ਉੱਥੇ ਮੈਨੂੰ ਆਨੰਦ ਸਾਹਿਬ ਜੀ ਦੀ ਬਾਣੀ ਕੰਠ ਸੀ। ਤੇ ਕਹਿੰਦੇ ਮੈਂ ਗੱਜ ਵੱਜ ਕੇ ਜ਼ੋਰ ਲਾ ਕੇ ਨਾ ਆਪਣਾ ਪੂਰਾ ਆਨੰਦ ਸਾਹਿਬ ਜੀ ਦਾ ਪਾਠ ਕਰਨਾ। ਇੱਕ ਵਾਰੀ ਕਰਨਾ ਕਿ 2 ਵਾਰੀ ਕਰਨਾ ਕਿ 3 ਵਾਰੀ ਕਰਨਾ। ਕਹਿੰਦੇ ਫਿਰ ਕੀ ਹੁੰਦਾ ਸੀ ਵੀ ਜਦੋਂ ਪੂਰਾ ਗੱਜ ਵੱਜ ਕੇ ਜ਼ੋਰ ਲਾ ਕੇ ਬਾਣੀ ਪੜ੍ਹਨੀ ਨਾ, ਤੇ ਫਿਰ ਉਹ ਕਹਿੰਦੇ ਵੀ ਜਵਾਨ ਥੱਕ ਜਾਂਦੀ ਸੀ। ਤੇ ਜਵਾਨ ਥੱਕ ਕੇ ਨਾ ਉੱਪਰ ਤਾਲੂਏ ਨੂੰ ਲੱਗ ਜਾਂਦੀ ਸੀ। ਤੇ ਜਦੋਂ ਕਹਿੰਦੇ ਜਵਾਨ ਥੱਕ ਕੇ ਤਾਲੂਏ ਨੂੰ ਲੱਗ ਕੇ, ਫਿਰ ਉੱਥੇ ਇੱਕ ਰਸ ਆਉਂਦਾ ਸੀ, ਇੱਕ ਸਵਾਦ ਆਉਂਦਾ ਸੀ। ਤੇ ਉਹਦੇ ਵਿੱਚ ਪਤਾ ਨਹੀਂ ਸੀ ਲੱਗਦਾ ਵੀ ਰਾਤ ਕਦੋਂ ਲੰਘ ਗਈ ਬੈਠੇ ਨੂੰ। ਇਹ ਉਹ ਆਪਣੇ ਅਭਿਆਸ ਬਾਰੇ ਦੱਸਦੇ ਸੰਤ ਬਾਬਾ ਈਸਰ ਸਿੰਘ ਜੀ ਰਾੜੇ ਵਾਲੇ। ਰਾਤ ਨਹੀਂ ਸੀ ਪਤਾ ਵੀ ਕਦੋਂ ਲੰਘ ਗਈ। ਹੁਣ ਜਦੋਂ ਬੱਚਾ ਹੈ, ਜਨਮ ਲੈਂਦਾ ਹੈ, ਇਹਦੀ ਵੀ ਜ਼ੁਬਾਨ ਉੱਪਰ ਤਾਲੂ ਨੂੰ ਲੱਗੀ ਹੁੰਦੀ ਹੈ। ਪਤਾ ਦਾਈ ਕੀ ਕਰਦੀ ਹੈ? ਸ਼ਾਇਦ ਲਾ ਕੇ ਉਂਗਲ ਨੂੰ ਉਹਦੀ ਜ਼ੁਬਾਨ ਉੱਪਰੋਂ ਥੱਲੇ ਤੋੜਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਸ ਇਹੋ ਜਿਹਾ ਮਿੱਠਾ ਫਿਰ ਲਾਇਆ, ਮੁੜ ਕੇ ਮਿੱਠੇ ਚੋਂ ਨਿਕਲਦਾ ਨਹੀਂ ਬੰਦਾ। ਉਹ ਰਸ ਚੋਂ ਉਹ ਰਸ ਗੁਆਚ ਜਾਂਦਾ ਹੈ ਜਿਹੜਾ ਰਸ ਮਾਤਾ ਦੇ ਉਦਰ ਦੇ ਵਿੱਚ ਮਾਣਦਾ ਸੀ, ਤੇ ਫਿਰ ਆਹ ਦੁਨਿਆਵੀ ਰਸ ਦੇ ਵਿੱਚ ਫਸ ਜਾਂਦਾ ਹੈ। ਫਿਰ ਉਹ ਰਸ ਨਹੀਂ ਆਉਂਦਾ। ਹੁਣ ਪਾਤਸ਼ਾਹ ਜੀ ਕਹਿੰਦੇ ਵੀ ਉਹ ਰਸ ਛੱਡ ਇਹ ਰਸ ਆਵੇ, ਇਹ ਰਸ ਪੀਓ, ਉਹ ਰਸ ਨਹੀਂ ਭਾਵਾ। ਜਦੋਂ ਆਹ ਰਸ ਪੀ ਲਿਆ ਫਿਰ ਦੁਨਿਆਵੀ ਰਸ ਚੰਗੇ ਨਹੀਂ ਲੱਗਦੇ। ਪਰ ਜਦੋਂ ਦੁਨਿਆਵੀ ਰਸ ਪੀਂਦੇ ਆ ਫਿਰ ਉਹ ਨਾਮ ਦਾ ਰਸ ਨਹੀਂ ਆਉਂਦਾ। ਇਹ ਹੈ ਸਾਡੀ ਕਹਾਣੀ ਕਿ ਜਨਮ ਵੇਲੇ ਬੱਚੇ ਦੀ ਜ਼ੁਬਾਨ ਤਾਲੂ ਨਾਲ ਲੱਗੀ ਹੁੰਦੀ। ਬਾਅਦ ਵਿੱਚ ਵੀ ਹੁੰਦਾ, ਬੱਚਾ ਜਦੋਂ ਸੁੱਤਾ ਹੁੰਦਾ ਇੱਕ ਵਾਰੀ ਚੁੰਘਦਾ ਹੁੰਦਾ ਜ਼ੁਬਾਨ, ਆਪਣੀ ਜੀਭ ਚੁੰਘੀ ਜਾਂਦਾ। ਮਾਂ ਅਸਥਨ ਲੈ ਲੈਂਦੀ ਉਹਦੇ ਕੋਲੋਂ, ਬੱਚੇ ਨੂੰ ਸੌਂ ਜਾਂਦਾ, ਪਰ ਉਸ ਤੋਂ ਬਾਅਦ ਵੀ ਉਹ ਆਪਣੇ ਹਿਸਾਬ ਨਾਲ ਚੁੰਘਦਾ ਲੈਂਦਾ, ਰਸ ਮਾਣਦਾ ਰਹਿੰਦਾ। ਬਾਅਦ ਚ ਵੀ ਜਦੋਂ ਤੱਕ ਦੁਨਿਆਵੀ ਰਸਾਂ ਚ ਨਹੀਂ ਫਸਦਾ ਉਦੋਂ ਤੱਕ ਰਸ ਆਉਂਦਾ। ਹੁਣ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਵੀ ਇਹ
ਇਸ ਕਰਕੇ ਨਹੀਂ ਰੋਇਆ ਵੀ ਇਹਨੂੰ ਜਨਮ ਦੀ ਪੀੜਾ ਹੈ। ਇਹ ਰੋਇਆ ਤਾਂ ਹੈ ਵੀ ਇਹਦੇ ਕੋਲੋਂ ਇੱਕ ਰਤਨ ਗਵਾਚ ਗਿਆ। ਜਿਹੜੇ ਰਸ ਦੇ ਵਿੱਚ ਜੀਉ ਰਿਹਾ ਸੀ ਉਹ ਅਸੀਂ ਰਸ ਖੋਹ ਲਿਆ, ਸੁਰਤ ਟੁੱਟ ਗਈ। ਕਿ ਹੁਣ ਕਹਿੰਦੇ ਉੱਥੇ ਹੀ ਆ ਜਾਓ ਮੁੜ ਕੇ, ਫੇਰ ਕਿਵੇਂ ਬੱਚੇ ਬਣ ਜਾਓ। ਧੰਨੈ ਸੇਵਿਆ ਬਾਲ ਬੁੱਧ, ਭਗਤ ਧੰਨਾ ਜਿਹਨੂੰ ਕਿਵੇਂ ਮਿਲਿਆ ਜੀ? ਉਹਨੇ ਬੱਚਿਆਂ ਵਾਲੀ ਬੁੱਧੀ ਨਾਲ ਸਿਮਰਨ ਕਰਿਆ, ਬੱਚਿਆਂ ਵਾਲੀ ਬੁੱਧੀ ਨਾਲ। ਹੁਣ ਬੱਚੇ ਕੋਲ ਕੀ ਹੈ? ਬੱਚੇ ਕੋਲ ਹੈ ਭੋਲਾਪਣ। ਬੱਚੇ ਕੋਲ ਕਿਸੇ ਤਰ੍ਹਾਂ ਦੀ ਚਤਰਾਈ ਨਹੀਂ ਹੈ। ਜਿਹੜੀ ਸਾਡੇ ਕੋਲ ਚੰਚਲਤਾ ਆਈ ਹੈ ਨਾ, ਬੱਚੇ ਕੋਲ ਨਹੀਂ ਹੈ। ਹੁਣ ਇਹ ਚਤਰਾਈ, ਇਹ ਚੰਚਲਤਾਈ, ਇਹ ਹੁਸ਼ਿਆਰੀ, ਇਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ ਜਿਹੜੀਆਂ ਬੱਚੇ ਦੇ ਕੋਲ ਹੁੰਦੀਆਂ ਨਹੀਂ। ਬੱਚਾ ਭੋਲਾ ਹੈ। ਜਿਹੜਾ ਟੌਫੀ 4 ਦਿਨ ਦਿੰਦਾ, ਬੱਚਾ ਉਸੇ ਦਾ ਹੀ ਗੈਲਾ ਕਰਨ ਲੱਗ ਜਾਂਦਾ ਵੀ ਮੈਂ ਤਾਂ ਉਹਦੇ ਨਾਲ ਜਾਣਾ ਹੈ। ਬੱਚਾ ਹੁਣ ਉਹ ਦਾਈ ਸੋਚਦੀ ਹੈ ਵੀ ਅੱਜ ਤੱਕ ਜਿੰਨੇ ਬੱਚਿਆਂ ਦਾ ਜਨਮ ਹੋਇਆ, ਬੱਚੇ ਸਾਰੇ ਰੋਂਦੇ ਨੇ, ਇਹ ਕਿਉਂ ਨਹੀਂ ਰੋਇਆ? ਐ ਉਹ ਪਜ਼ਲ ਹੋ ਜਾਂਦੀ ਹੈ ਦੌਲਤਾਂ ਦਾਈ, ਇਹ ਬੱਚਾ ਕਿਉਂ ਨਹੀਂ ਰੋਇਆ? ਬਿਗਸਤ ਇਹ ਜਿਵ ਆਨੰਦ ਹੋਤੇ। ਇਹ ਤਾਂ ਇਸ ਤਰ੍ਹਾਂ ਖੁਸ਼ ਹੈ, ਇਸ ਤਰ੍ਹਾਂ ਇਹਦਾ ਪ੍ਰਸੰਨ ਚਿਹਰਾ ਨਜ਼ਰ ਆ ਰਿਹਾ ਹੈ, ਜਿਵੇਂ ਕੋਈ ਸਾਧੂ ਸੰਤ ਰਿਸ਼ੀ ਮੁਨੀ ਬਹੁਤ ਆਨੰਦ ਦੇ ਵਿੱਚ ਹੁੰਦਾ ਹੈ। ਚਿਹਰੇ ਤੇ ਖੜਾ ਸਾਡਾ ਅੰਦਰਲਾ ਕੀ ਹੈ, ਉਹ ਸਾਡਾ ਚਿਹਰਾ ਸਾਨੂੰ ਦੱਸਦਾ ਹੈ। ਚਿਹਰੇ ਤੋਂ ਪਤਾ ਲੱਗ ਜਾਂਦਾ, ਚਿਹਰੇ ਦੇ ਹਾਵ ਭਾਵ ਤੋਂ ਪਤਾ ਲੱਗਦਾ ਵੀ ਬੰਦੇ ਦੀ ਅੰਦਰ ਦੀ ਦਸ਼ਾ ਕੀ ਹੈ। ਜਿੰਨੀ ਮਰਜ਼ੀ ਛੁਪਾ ਲਓ, ਚਿਹਰਾ ਨਹੀਂ ਨਾ ਛੁਪਾ ਸਕਦੇ। ਅੰਦਰੋਂ ਦੁਖੀ ਹੈ, ਬਾਹਰੋਂ ਜਿੰਨੀ ਮਰਜ਼ੀ ਬਨਾਵਟੀ ਸਮਾਈਲ ਬਣਾ ਲਓ, ਉਹਨੇ ਕੰਮੇ ਨਹੀਂ ਕਰਨਾ ਨਾ, ਜਿੰਨਾ ਮਰਜ਼ੀ ਕਰੀ ਜਾਓ, ਅੰਦਰ ਦੁਖੀ ਹੈ ਨਾ। ਸੁਭਾਵਿਕ ਗੱਲ ਹੈ। ਆਪਾਂ ਜਾਣ ਨੂੰ ਤਿਆਰ ਹੋਏ ਆ ਸਾਰਾ ਪਰਿਵਾਰ, ਤੇ ਆਪਾਂ ਨੂੰ ਕੋਈ ਮਿਲਣ ਵਾਸਤੇ ਆ ਜਾਵੇ, ਉੱਥੇ ਸਾਨੂੰ ਖੁਸ਼ੀ ਹੁੰਦੀ, ਖੁਸ਼ੀ ਥੋੜੀ ਹੁੰਦੀ ਉਹਦੇ ਆਉਣ ਦੀ। ਉੱਥੇ ਤਾਂ ਸਾਰੇ ਇੱਕ ਵੱਲ, ਇੱਕ ਦੂਏ ਵੱਲ ਕਹਿਰਾ ਜਾ ਝਾਕਦੇ ਆ ਵੀ ਇਹ ਕਿੱਥੋਂ ਆ ਗਿਆ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਤਾਂ ਜਾਣ ਨੂੰ ਤਿਆਰ ਖੜੇ ਆ, ਉੱਥੇ ਖੁਸ਼ੀ ਥੋੜੀ ਹੁੰਦੀ ਉਹਦੇ ਆਉਣ ਦੀ। ਹੁਣ ਆਪਾਂ ਉਹਨੂੰ ਜਿੰਨਾ ਮਰਜ਼ੀ ਕਹੇ ਜਾਵੇ ਭਾਈ ਆ ਜਾ, ਚਾਹ ਬਣਾਉਂਦੇ ਆ, ਪ੍ਰਸ਼ਾਦਾ ਬਣਾਉਂਦੇ ਆ, ਉਹ ਕਹਿੰਦਾ ਵੀ ਹੁਣ ਤਿਆਰ ਹੋਵੇ, ਕਹਿੰਦਾ ਵੀ ਹੁਣ ਤੁਸੀਂ ਜਾਓ। ਉਹਨੂੰ ਪਤਾ ਵੀ ਇਹ ਖੁਸ਼ ਨਹੀਂ ਹੈ, ਚਿਹਰਾ ਦੱਸਦਾ ਵੀ ਇਹ ਖੁਸ਼ ਨਹੀਂ ਹੈ। ਆਪਾਂ ਤਾਂ ਬੜੀ ਬਨਾਵਟੀ ਜੀ ਬਣਾਉਂਦੇ ਵੀ ਕੋਈ ਨਹੀਂ ਜੀ ਬੈਠੋ, ਤੁਸੀਂ ਅਟ ਕੇ ਚਲੇ ਜਾਵਾਂਗੇ। ਆਪਾਂ ਕਿੰਨਾ ਕੁਝ ਕਹਿੰਦੇ ਪਰ ਅਗਲਾ ਨਹੀਂ ਮੰਨਦਾ, ਉਹਨੂੰ ਲੱਗ ਗਿਆ ਪਤਾ ਵੀ ਇਹ ਖੁਸ਼ ਨਹੀਂ ਹੈ। ਇਹਨਾਂ ਜਾਣ ਨੂੰ ਤਿਆਰ ਖੜੇ ਆ। ਇਸ ਕਰਕੇ ਇਹ ਜਿਹੜਾ ਵਿਗਾਸ ਹੈ ਉਹ ਅੰਦਰੋਂ ਬਣਦਾ ਹੈ, ਤੇ ਚਿਹਰੇ ਤੋਂ ਫਿਰ ਪਤਾ ਲੱਗ ਜਾਂਦਾ ਹੈ ਵੀ ਅੰਦਰ ਖੁਸ਼ੀ ਹੈ ਕਿ ਅੰਦਰੋਂ ਦੁਖੀ ਹੈ। ਚਿਹਰਾ ਐਸਾ ਆਨੰਦ ਦੇ ਵਿੱਚ ਖਿੜਿਆ ਹੋਇਆ ਹੈ। ਅਲਪ ਬੁੱਧ ਕਿਉ ਧਾਇ ਲਖਾਹੀ। ਪਰ ਕਹਿੰਦੇ ਵੀ ਹੁਣ ਜਿਹੜੀ ਦਾਈ ਹੈ ਨਾ, ਉਹ ਵਿਚਾਰੀ ਅਲਪ ਬੁੱਧੀ ਦੀ ਮਾਲਕ ਹੈ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵ। ਸਾਡੀ ਬੁੱਧੀ ਤਾਂ ਅਲਪ ਹੈ, ਥੋੜੀ ਜਿਹੀ, ਥੋੜੀ ਤੋਂ ਥੋੜੀ ਬੁੱਧੀ ਹੈ। ਤੇ ਭਾਈ ਉਹ ਕਿਵੇਂ ਜਾਣ ਸਕਦੀ ਹੈ? ਜਨਮ ਮਰਨ ਇਸ ਪੀਰਾ ਨਾਹੀ। ਇਹਨੂੰ ਜਨਮ ਤੇ ਮਰਨ ਦੀ ਕੋਈ ਪੀੜਾ ਨਹੀਂ ਹੈ, ਕਿਉਂਕਿ ਇਹ ਕਿਹੜੇ ਜਨਮ ਮਰਨ ਦੇ ਵਿੱਚ ਹੈਗਾ। ਪਰਮਾਤਮਾ ਅਜੂਨੀ ਹੈ, ਜੂਨੀਆਂ ਵਿੱਚ ਆਉਂਦਾ ਹੀ ਨਹੀਂ। ਨਾ ਉਹਦਾ ਜਨਮ ਨਾ ਉਹਨੂੰ ਮਰਨ, ਉਹਨੂੰ ਦੁੱਖ ਨਹੀਂ ਹੈ ਜਨਮ ਮਰਨ ਦਾ। ਇਹ ਉਹ ਇਲਾਹੀ ਜੋਤ ਹੈ, ਇਹ ਪਰਮੇਸ਼ਰ ਦੀ ਜੋਤ ਹੈ। ਜੋਤ ਨੂੰ ਜੰਮਣ ਮਰਨ ਦਾ ਕੋਈ ਦੁੱਖ ਨਹੀਂ ਹੈ, ਉਹ ਤਾਂ ਉਸੇ ਤਰ੍ਹਾਂ ਹੀ ਹੈ। ਉਹ ਵਿਚਾਰੀ ਨਹੀਂ ਇਸ ਗੱਲ ਨੂੰ ਜਾਣ ਸਕਦੀ। ਦਾਸੀ ਦੌਰ ਦਈ ਸੁਧ ਕਾਲੂ। ਨਾਲ ਦੀ ਨਾਲ ਦਾਸੀਆਂ ਨੇ ਘਰ ਵਿੱਚ ਹੋਰ ਬੀਬੀਆਂ ਜਿਹੜੀਆਂ ਕੰਮ ਕਰਨ ਵਾਲੀਆਂ,
ਉਹਨਾਂ ਨੇ ਦੌੜ ਕੇ ਕਾਲੂ ਜੀ ਨੂੰ ਖਬਰ ਦਿੱਤੀ। ਲੇਹ ਵਧਾਈ ਅਨੰਦ ਬਿਸਾਲੂ। ਕਹਿਣ ਲੱਗੀ, ਪਟਵਾਰੀ ਜੀ ਮਹਿਤਾ ਸਾਹਿਬ ਵਧਾਈ ਹੋਵੇ, ਵਧਾਈ ਹੋਵੇ। ਵਧਾਈ ਦਿੰਦੇ ਨੇ ਸਾਰੇ। ਕਾਂਤ ਮਾਨ ਭਾ ਤਾਤ ਤੁਮਾਰੇ। ਕਹਿੰਦੀ ਇਹੋ ਜਿਹਾ ਪੁੱਤਰ ਹੈ ਵੀ ਜਿਹਦੀ ਕ੍ਰਾਂਤ, ਜਿਹਦੀ ਸੋਭਾ, ਸੁੰਦਰਤਾ ਕਿਵੇਂ ਦਸੀਏ। ਮੰਗਲ ਕਰਹੁ ਵਿਵਿਧ ਪ੍ਰਕਾਰੇ। ਕਹਿੰਦੇ ਜੀ ਹੁਣ ਤੁਸੀਂ ਨਾ ਜਿਹੜੀਆਂ ਵੀ ਆ ਖੁਸ਼ੀਆਂ ਮਨਾਉਣੀਆਂ ਨੇ ਉਹ ਸਾਰੀਆਂ ਖੁਸ਼ੀਆਂ ਤੁਸੀਂ ਮਨਾਓ, ਕਿਉਂਕਿ ਮਾਲਕ ਨੇ, ਪ੍ਰਮਾਤਮਾ ਨੇ ਤੁਹਾਡੇ ਘਰੇ ਪੁੱਤਰ ਦੀ ਦਾਤ ਦਿੱਤੀ ਹੈ। ਸੋਤਿ ਉਪਜਨ ਕੇ ਸੁਨ ਕਰ ਬੈਨਾ। ਜਿਉਂ ਹੀ ਪਿਤਾ ਕਾਲੂ ਜੀ ਨੇ ਖਬਰ ਸੁਣੀ ਪੁੱਤਰ ਦੇ ਪੈਦਾ ਹੋਣ ਦੀ, ਮਨਹੁ ਜਗਤ ਸੁਖ ਪ੍ਰਾਪਤ ਐਨਾ। ਮਾਨੋ ਕਿਤੇ ਉਹਨੂੰ ਸੰਸਾਰ ਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਬੜੀ ਖੁਸ਼ੀ ਹੁੰਦੀ ਗ੍ਰਸਤੀ ਬੰਦੇ ਨੂੰ ਜਦੋਂ ਪੁੱਤਰ ਦੀ ਦਾਤ ਮਿਲਦੀ, ਬੜਾ ਖੁਸ਼ ਹੁੰਦਾ। ਕਿਉਂਕਿ ਗ੍ਰਸਤੀ ਬੰਦੇ ਦੀ ਇਹੀ ਚਾਹਨਾ ਹੁੰਦੀ ਪੁੱਤਰ ਹੋਵੇ। ਧੀਆਂ ਚਾਹੇ ਜਿੰਨੀਆਂ ਮਰਜ਼ੀ ਹੋਣ ਪਰ ਉਹ ਕਹਿੰਦਾ ਵੀ ਪੁੱਤਰ ਹੋਵੇ। ਪੁੱਤਰ ਦੀ ਬੜੀ ਖੁਸ਼ੀ ਹੁੰਦੀ। ਸੋ ਮਾਨੋ ਸਾਰੇ ਜਗਤ ਦਾ ਸੁੱਖ ਮਿਲ ਗਿਆ। ਜਨਮ ਰੰਕ ਜਿਉ ਸਦਨ ਸੰਤਾਨਾ। ਜਿਵੇਂ ਜਨਮਾਂ ਜਨਮਾਂ ਤੋਂ ਕੋਈ ਗਰੀਬ ਹੋਵੇ ਤੇ ਉਸ ਦੇ ਘਰ ਦੇ ਵਿੱਚ ਆਨ ਲੱਗਿਓ ਤਿਉ ਉਰ ਹਰ ਖਾਨਾ। ਤੇ ਉਹਦੇ ਘਰੇ ਆ ਕੇ ਕਲਪ ਵਿੱਚ ਲੱਗ ਜਾਵੇ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ। ਜਸ ਪਦ ਜਾਏ ਕੀਨ ਇਸ਼ਨਾਨਾ। ਜਿਉਂ ਹੀ ਖਬਰ ਮਿਲੀ ਨਾਲ ਦੀ ਨਾਲ ਪਿਤਾ ਜੀ ਇਸ਼ਨਾਨ ਕਰਨ ਵਾਸਤੇ ਜਾਂਦੇ। ਆਪਾਂ ਕਹਿੰਦੇ ਵੀ ਸਾਡੇ ਵੱਡੇ ਅਨਪੜ੍ਹ ਸੀ, ਸੋਝੀ ਤਾਂ ਉਹਨਾਂ ਨੂੰ ਹੈਗੀ ਸੀ, ਬਸ ਇਹ ਹੈ ਵੀ ਅੰਗਰੇਜ਼ੀ ਨਹੀਂ ਸੀ ਹੈਗੀ ਉਦੋਂ। ਗੱਲਾਂ ਉਹੀ ਨੇ, ਜਦੋਂ ਉਹਨੂੰ ਅੰਗਰੇਜ਼ੀ ਦੇ ਵਿੱਚ ਸੁਣਦੇ ਆ ਫਿਰ ਉਹ ਕਿ ਸਟੇਟਸ ਬਣ ਜਾਂਦਾ। ਸਿਆਣੇ ਉਹ ਵੀ ਸਾਨੂੰ। ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਤਾਂ ਉਹ ਨਾਲ ਦੀ ਨਾਲ ਇਸ਼ਨਾਨ ਕਰਨ ਵਾਸਤੇ ਜਾਂਦੇ। ਕਾਹਦੇ ਵਾਸਤੇ? ਬੱਚੇ ਦੇ ਨੇੜੇ ਜਾਣਾ, ਬੱਚੇ ਨੂੰ ਚੁੱਕਣਾ, ਕੱਪੜੇ ਬਦਲਣੇ, ਨਹਾਉਣਾ, ਫਿਰ ਬੱਚੇ ਦੇ ਕੋਲ ਜਾਣਾ। ਇੱਥੇ ਖਿਆਲ ਰੱਖਿਆ ਜਾਂਦਾ ਸੀ ਵੀ ਬੱਚੇ ਨੂੰ ਇਨਫੈਕਸ਼ਨ ਬਹੁਤ ਛੇਤੀ ਹੁੰਦੀ ਹੈ। ਇਹੀ ਕਹਿੰਦੇ ਡਾਕਟਰ ਨਾ। ਉਦੋਂ ਵੀ ਸਾਡੇ ਸਿਆਣਿਆਂ ਨੂੰ ਇਹ ਪਤਾ ਸੀ, ਪਤਾ ਸੀ। ਘਰ ਦੇ ਅੱਗੇ ਨਿੰਮ ਬੰਨ੍ਹ ਦਿੱਤੇ ਸਨ। ਅੱਗੇ ਨਿੰਮ ਕੌੜੀ ਹੁੰਦੀ ਹੈ, ਕੌੜੀ ਹੈ, ਕੁੜੱਤਣ ਹੈ, ਐਂਟੀਬਾਇਓਟਿਕ ਦਾ ਕੰਮ ਕਰਦੀ ਹੈ, ਤਾਂ ਕਰਕੇ ਦਰਵਾਜ਼ੇ ਤੇ ਬੰਨ੍ਹਦੇ। ਇਸ ਤੋਂ ਅੱਗੇ ਜਾ ਕੇ ਫਿਰ ਧੂਆਂ ਕਰਦੇ। ਇਹ ਸਾਰਾ ਕੁਝ ਕਿਉਂ ਕਰਦੇ ਸਨ? ਇਹ ਸਾਇੰਸ ਹੈ, ਸਾਇੰਸ। ਵੀ ਮਾਂ ਨੂੰ, ਬੱਚੇ ਨੂੰ ਇਨਫੈਕਸ਼ਨ ਬਹੁਤ ਛੇਤੀ ਹੁੰਦੀ ਹੈ, ਇਸ ਕਰਕੇ ਪੂਰਾ ਬਚਾਅ ਰੱਖਿਆ ਜਾਂਦਾ ਸੀ। ਹੱਥ ਧੋ ਕੇ ਅੰਦਰ ਜਾਣਾ, ਜਿਹਨੇ ਜਾਣਾ ਵੀ ਪਹਿਲਾਂ ਹੱਥ ਧੋ ਬਾਹਰ ਬਈ। ਜਿਹਨੇ ਬੱਚੇ ਦੀ ਸੇਵਾ ਕਰਨੀ ਹੱਥ ਧੋ। ਸੋ ਇਹ ਕੋਈ ਧਰਮ ਨਾਲ ਜੁੜੀਆਂ ਹੋਈਆਂ ਗੱਲਾਂ ਨਹੀਂ ਹਨ। ਇਹ ਬਈ ਨਹਾਉਣਾ ਜੀ ਤੇ ਕੱਪੜੇ ਬਦਲਨੇ, ਉਤਾਰਨੇ, ਇਹ ਸਾਇੰਸ ਹੈ ਕਿ ਭਾਈ ਆਪਣੇ ਕੱਪੜੇ ਬਦਲੋ ਤੇ ਨਹਾ ਕੇ ਜਾਣਾ, ਕੋਲ ਕੱਪੜੇ ਬਦਲ ਕੇ, ਸਾਫ਼ ਕੱਪੜੇ ਲੈ ਕੇ ਜਾਣੇ। ਪਿਤਾ ਜੀ ਨੂੰ ਪਤਾ ਲੱਗਿਆ, ਨਾਲ ਦੀ ਨਾਲ ਉਹ ਗਏ, ਖੂਹ ਤੇ ਇਸ਼ਨਾਨ ਕਰਦੇ ਹਨ। ਵਸਤਰਨ ਯੁਤ ਜਿਉ ਵੇਦ ਬਖਾਨਾ। ਜਿਹੜੀ ਵੀ ਗੱਲ ਹੈ ਨਾ ਉਹ ਵੀ ਪਹਿਲਾਂ ਵੀ ਸਬੂਤ ਦੇ ਨਾਲ ਕਹਿਣੀ ਪੈਂਦੀ ਸੀ। ਅਗਲਾ ਕਹਿੰਦਾ ਵੀ ਕਿੱਥੇ ਲਿਖਿਆ? ਕਹਿੰਦੇ ਵੇਦ ਦੇ ਵਿੱਚ ਲਿਖਿਆ ਹੋਇਆ ਵੀ ਐਂ ਕਰਨਾ ਭਾਈ, ਨਹਾ ਕੇ ਕੱਪੜੇ ਬਦਲ ਕੇ ਫਿਰ ਬੱਚੇ ਦੇ ਕੋਲ ਜਾਣਾ, ਐ ਨਹੀਂ ਬੱਚੇ ਨੂੰ ਚੁੱਕਣਾ। ਉਦੋਂ ਇਹੀ ਕਿਹਾ ਜਾਂਦਾ ਸੀਗਾ, ਵੇਦ ਦੇ ਮੁਤਾਬਕ ਜੋ ਕਿਹਾ ਜਾਂਦਾ ਸੀ। ਔਰ ਪਰਮੇਸ਼ਰ ਕੋ ਕਰ ਧਿਆਨਾ। ਫਿਰ ਵਾਹਿਗੁਰੂ ਪਰਮੇਸ਼ਰ ਜੀ ਦਾ ਧਿਆਨ ਧਰਿਆ। ਬੰਧਨ ਕਰ ਹੈ ਬੰਧ ਜੁਗ ਪਾਨਾ। ਵਾਹਿਗੁਰੂ ਪਰਮੇਸ਼ਰ ਜੀ ਦਾ ਧਿਆਨ ਧਰ ਕੇ ਦੋਵੇਂ ਹੱਥ ਜੋੜ ਕੇ ਮਾਲਕ ਨੂੰ ਨਮਸਕਾਰ ਕਰਦੇ। ਧਰਤੀ ਤੇ ਮੱਥਾ ਟੇਕਦਿਆ ਕਰਦੇ ਸਨ, ਰੱਬ ਦਾ ਧਿਆਨ ਧਰ ਕੇ।
ਕੁਝ ਨਹੀਂ ਸੀ ਦੇਖਿਆ ਜਾਂਦਾ ਵੀ ਕਿਹੜੀ ਦਿਸ਼ਾ ਹੈ, ਸਾਹਮਣੇ ਕੀ ਹੈ ਨਾ। ਰੱਬ ਦਾ ਧਿਆਨ ਤੁਰ ਕੇ ਜਿੱਥੇ ਮਰਜ਼ੀ ਮੱਥਾ ਟੇਕਦਾ। ਗੱਲ ਤਾਂ ਉਹਦੇ ਅੱਗੇ ਨਮਸਤਕ ਹੋਣ ਦੀ ਹੈ। ਤਾਂ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਦਾ ਧਿਆਨ ਧਰ ਕੇ ਸ਼ੁਕਰਾਨਾ ਕਰਦੇ, ਮੱਥਾ ਟੇਕਦੇ ਹਨ। ਇਹ ਬਿਧ ਜਨਮ ਭਇਓ ਜਗ ਗੁਰ ਕੋ। ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਸੁਖ ਦੇਵਨ ਭਗਤਨ ਪੁੰਨ ਧਰ ਕੋ। ਕਾਹਦੇ ਵਾਸਤੇ? ਇਸ ਧਰਤੀ ਦੇ ਉੱਤੇ ਜਿਹੜੇ ਭਗਤ ਜਨ ਨੇ, ਸੰਤ ਜਨ ਨੇ, ਉਹਨਾਂ ਸਾਰਿਆਂ ਨੂੰ ਸੁਖ ਦੇਣ ਦੀ ਖਾਤਰ। ਆਗੇ ਜਿਉ ਜਿਉ ਭਇਓ ਉਛਾਹੂ। ਅੱਗੇ ਜਿਵੇਂ ਜਿਵੇਂ ਉਤਸ਼ਾਹ ਹੋਇਆ, ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਸੁਨਹੁ ਕਥਾ ਭਵ ਵਡ ਰੁਜਦਾਹੂ। ਭਾਈ ਇਹ ਕਥਾ ਸੁਣਨਾ ਕਰੋ, ਜਿਹੜੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲੀ ਹੈ। ਦੋਹਰਾ ਨੋਰਾ ਸੁਰ ਸਰ ਬਕਰ ਗਤ ਗੁਨੀ ਨਾ ਔਗੁਨ ਜਾਨ। ਕਹਿੰਦੇ ਨੋਰਾ ਸੁਰਸਰ ਬਕਰ ਗਤ ਗੁਨੀ ਨਾ ਔਗਨ ਜਾਨ। ਸੁਰਸਤ ਕਹਿੰਦੇ ਹਨ ਸੁਰਸਰੀ ਗੰਗਾ। ਗੰਗਾ ਦਾ ਜਿਹੜਾ ਪਾਣੀ ਹੈ ਉਹ ਵਲ ਖਾ ਕੇ ਚੱਲਦਾ ਹੈ। ਨਦੀ ਦੇ ਵਿੱਚ ਕਿੰਨੇ ਵਲ ਹੁੰਦੇ ਆ, ਪਰ ਜਿਹੜੇ ਗੁਣੀ ਜਨ ਨੇ ਉਹ ਔਗਣ ਨਹੀਂ ਦੇਖਦੇ ਹੈ ਵੀ ਇਹ ਨਦੀ ਦੇ ਵਿੱਚ ਪਾਣੀ ਜਿਹੜਾ ਵਲ ਖਾ ਕੇ ਆ ਰਿਹਾ। ਨਹੀਂ, ਪਾਣੀ ਨੂੰ ਨਹੀਂ ਉਹ ਵੇਖਦੇ ਹੈ। ਜਿਹੜੇ ਗੁਣੀ ਜਨ ਨੇ, ਸਿਆਣੇ ਬੰਦੇ, ਉਹ ਨਦੀ ਦਾ ਔਗਣ ਨਹੀਂ ਵੇਖਦੇ ਵੀ ਇਹ ਟੇਢੀ ਚੱਲੀ ਆਉਂਦੀ ਹੈ, ਕਿੰਨੇ ਵਲ ਖਾਂਦੀ ਹੈ। ਸਾਦਰ ਸੋ ਤਿਹ ਮਹਿ ਸਦਾ ਕਰਹਿ ਪਾਨ ਇਸ਼ਨਾਨ। ਉਹ ਬਸ ਸਤਕਾਰ ਦੇ ਨਾਲ ਉਹਦਾ ਪਾਣੀ ਪੀ ਲੈਂਦੇ ਨੇ ਤੇ ਨਾਲੇ ਉਹਦੇ 'ਚ ਇਸ਼ਨਾਨ ਕਰ ਲੈਂਦੇ ਨੇ। ਕਿਉਂਕਿ ਨਦੀ ਵਲ ਖਾ ਕੇ ਤੁਰਦੀ ਹੈ, ਪਰ ਪਾਣੀ ਦੇ ਵਿੱਚ ਕੋਈ ਵਲ ਨਹੀਂ ਹੈ। ਪਾਣੀ ਵਿੱਚ ਤਾਂ ਨਹੀਂ ਵਲ ਹੈਗਾ, ਪਾਣੀ ਤਾਂ ਸਿੱਧਾ ਹੀ ਹੈ ਨਾ। ਨਦੀ ਘੁੰਮ ਕੇ ਆ ਰਹੀ ਹੈ, ਵਲ ਖਾ ਰਹੀ ਹੈ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਵੀ ਇਹ ਜਿਹੜੀ ਸਤਿਗੁਰਾਂ ਜੀ ਦੀ ਕਥਾ ਹੈ ਨਾ, ਉਹ ਕਹਿੰਦੇ ਵੀ ਮੇਰੇ ਕਹਿਣ ਦੇ ਵਿੱਚ ਫਰਕ ਹੋ ਸਕਦਾ ਹੈ। ਮੇਰੇ ਕਹਿਣ ਦੇ ਵਿੱਚ, ਸੁਣਾਉਣ ਦੇ ਵਿੱਚ, ਲਿਖਣ ਦੇ ਵਿੱਚ ਫਰਕ ਹੋ ਸਕਦਾ। ਵਲ ਹੈਗਾ, ਪਰ ਕਹਿੰਦੇ ਵੀ ਤੁਸੀਂ ਇਹਦੇ ਵਿੱਚੋਂ ਕੀ ਲੈਣਾ ਸਿੱਧਾਪਣ। ਇਹ ਮੇਰੇ ਵੱਲ ਨਾ ਦੇਖਿਓ ਵੀ ਮੈਂ ਕਿਵੇਂ ਸੁਣਾਉਣਾ, ਮੈਂ ਕਿਵੇਂ ਲਿਖਦਾ। ਨਹੀਂ ਨਹੀਂ, ਤੁਸੀਂ ਇਹ ਦੇਖਣਾ ਵੀ ਇਹਦੇ ਵਿੱਚ ਜਿਹੜੀ ਗੁਰੂ ਦੀ ਉਸਤਤ ਹੈ ਨਾ, ਆਪਾਂ ਤਾਂ ਉਸਤਤ ਨਾਲ ਸੰਬੰਧ ਰੱਖਣਾ ਵੀ ਗੁਰੂ ਦੀ ਉਸਤਤ ਦੇ ਧਾਰ ਨਹੀਂ ਹੋਣਾ। ਮੇਰੇ ਵੱਲ ਨਾ ਵੇਖਿਓ ਵੀ ਮੈਂ ਕਵਿਤਾ ਕਿਹੋ ਜਿਹੀ ਲਿਖੀ ਹੈ, ਕਥਾ ਕਿਹੋ ਜਿਹੀ ਸੁਣਾਈ ਹੈ, ਕਿਹੋ ਜਿਹੀ ਲਿਖੀ। ਨਹੀਂ ਨਹੀਂ, ਉਹ ਛੱਡ ਦਿਓ, ਮੇਰੇ ਵੱਲ ਨਾ ਵੇਖਿਓ। ਮੇਰੇ ਕਹਿਣ 'ਚ ਬੜੇ ਵਲ ਛਲ ਹੋਣਗੇ, ਲੇਕਿਨ ਗੁਰੂ ਦੀ ਵਡਿਆਈ ਵਿੱਚ ਕੋਈ ਵਲ ਛਲ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਨੇ ਗੁਰੂ ਦੀ ਉਸਤਤ ਲੈਣੀ ਹੈ, ਆਪਾਂ ਨੇ ਗੁਰੂ ਦੀ ਵਡਿਆਈ ਕਰਨੀ ਹੈ। ਆਪਾਂ ਗੁਰੂ ਕਰਕੇ ਹਾਂ। ਸੁਣਾਉਣ ਵਾਲੇ 'ਚ ਫਰਕ ਹੋ ਸਕਦਾ, ਲਿਖਣ ਵਾਲੇ 'ਚ ਫਰਕ ਹੋ ਸਕਦਾ, ਸਾਰਿਆਂ 'ਚ ਫਰਕ ਹੋ ਸਕਦਾ ਕਿਤੇ ਵੀ, ਪਰ ਉਹਨੂੰ ਛੱਡ ਦਿਓ। ਨਦੀ ਵਲ ਖਾ ਕੇ ਆਉਂਦੀ, ਕਹਿੰਦੇ ਛੱਡ ਦਿਓ। ਪਾਣੀ ਵੇਖੋ ਜੀ, ਪਾਣੀ ਦਾ ਸਿੱਧਾ ਹੀ ਹੈ ਨਾ। ਆਪਾਂ ਨੇ ਗੁਰੂ ਦੀ ਉਸਤਤ ਦੇ ਨਾਲ ਸਾਂਝ ਪਾਉਣੀ ਹੈ। ਭਾਈ ਸਾਹਿਬ ਜੀ ਕਹਿੰਦੇ ਮੇਰੇ ਵੱਲ ਨਾ ਵੇਖਿਓ, ਸਾਂਝ ਪਾਉਣੀ ਗੁਰੂ ਦੀ ਉਸਤਤ, ਗੁਰੂ ਦੀ ਵਡਿਆਈ ਦੇ ਨਾਲ। ਸ਼੍ਰੀ ਬਾਲਾ ਸੰਧਰ ਵਾਚ ਚੌਪਈ ਕਹਿ ਬਾਲਾ ਸ਼੍ਰੀ ਅੰਗਦ ਸੁਨੀਏ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਸੁਣਨਾ ਕਰੋ। ਸ਼੍ਰੀ ਗੁਰ ਕਥਾ ਬਿਮਲ ਗੁਣ ਗੁਨੀਏ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ ਨਾ, ਇਹ ਪਵਿੱਤਰ ਹੈ। ਆਪਾਂ ਇਹਦੀ ਵਿਚਾਰ ਕਰਨੀ, ਗੁਣਾਂ ਨਾਲ ਸਾਂਝ ਪਾਉਣੀ। ਭਾਈ ਭੌਰ ਨਿਜ ਦਾਸ ਬੁਲਾਇਆ। ਸਵੇਰ ਦਾ ਸਮਾਂ ਹੋਇਆ ਤੇ ਮਹਿਤਾ ਜੀ ਆਪਣੇ ਨੌਕਰ ਨੂੰ ਬੁਲਾਉਂਦੇ ਹਨ। ਦਿਜਬਰ ਸਦਨ ਜਾਹ ਤੂੰ ਧਾਇਆ। ਕਹਿੰਦੇ ਵੀ ਐਂ ਕਰੋ, ਪ੍ਰਹੋਤ ਦੇ ਘਰੇ ਜਾਓ। ਪ੍ਰਹੋਤ ਹੋਇਆ ਕਰਦੇ ਸਨ।
ਕਿਉਂਕਿ ਪੜ੍ਹਿਆ ਲਿਖਿਆ ਜਿਹੜਾ ਬੰਦਾ ਹੁੰਦਾ ਸੀ ਨਾ ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ, ਉਹ ਪੰਡਤ ਹੀ ਹੋਇਆ ਕਰਦਾ ਸੀ। ਜਾਤੀ ਬ੍ਰਾਹਮਣ ਹੈ ਤੇ ਪੜ੍ਹ ਕੇ ਫਿਰ ਜਿਹੜਾ ਵਿਦਵਾਨ ਬਣ ਜਾਂਦਾ ਉਹਨੂੰ ਪੰਡਤ ਕਹਿੰਦੇ ਨੇ। ਬ੍ਰਾਹਮਣ ਤੇ ਪੰਡਤ ਦੋ ਨਹੀਂ ਹਨ ਸ਼ਬਦ, ਕਿਉਂਕਿ ਉਹਨੇ ਅਧਿਕਾਰ ਪੜ੍ਹਨ ਤੇ ਪੜ੍ਹਾਉਣ ਦਾ ਆਪਣੇ ਕੋਲ ਰੱਖਿਆ ਹੋਇਆ ਸੀ ਵੀ ਮੇਰੀ ਮਰਜ਼ੀ, ਜਿਹਨੂੰ ਮਰਜ਼ੀ ਪੜ੍ਹਾਵਾਂ ਨਾ ਪੜ੍ਹਾਵਾਂ। ਹੁਣ ਆਪ ਪੜ੍ਹਿਆ ਹੁੰਦਾ ਸੀ ਤੇ ਹੁਣ ਜਦੋਂ ਕੋਈ ਵੀ ਗੱਲ ਪੁੱਛਣੀ ਹੁੰਦੀ ਸੀ ਫਿਰ ਜਾ ਕੇ ਪੰਡਤ ਜੀ ਨੂੰ ਪੁੱਛਿਆ ਕਰਦੇ ਸਨ। ਪੰਡਤ ਦਾ ਅਰਥ ਹੈ ਵਿਦਵਾਨ। ਪੜ੍ਹੇ ਲਿਖੇ ਬੰਦੇ ਕੋਲੋਂ ਪੁੱਛਣਾ ਵੀ ਤੂੰ ਪੜ੍ਹਿਆ ਲਿਖਿਆ। ਅਨਪੜ੍ਹ ਲੋਕੀ ਪੜ੍ਹੇ ਲਿਖੇ ਕੋਲ ਜਾਂਦੇ ਵੀ ਤੂੰ ਪੜ੍ਹਿਆ ਹੋਇਆ ਭਾਈ, ਆ ਦੇਖੀ ਕੀ ਲਿਖਿਆ ਹੋਇਆ, ਸਾਨੂੰ ਦੱਸੀ। ਇਹ ਸੀਗਾ। ਤੇ ਫਿਰ ਉਹਦਾ ਸਤਿਕਾਰ ਸੀ, ਉਹਦਾ ਮਾਣ ਸਤਿਕਾਰ ਵੀ ਕਰਦੇ ਸਨ ਲੋਕੀ ਬਹੁਤ। ਸਾਰੀ ਜ਼ਿੰਮੇਵਾਰੀ ਲੋਕਾਂ ਨੇ ਲਈ ਹੋਈ ਸੀ ਉਹਦੀ ਵੀ ਭਾਈ ਤੂੰ ਸਾਡਾ ਕੰਮ ਕਰਦਾ ਜਿਹੜਾ ਕਿਸੇ ਤੋਂ ਨਹੀਂ ਹੁੰਦਾ, ਇਸ ਕਰਕੇ ਤੇਰੇ ਸਾਰੇ ਕੰਮ ਅਸੀਂ ਕਰਾਂਗੇ। ਬੜੀ ਵਧੀਆ ਗੱਲ ਹੈ ਜੋ ਕੋਈ ਇਮਾਨਦਾਰੀ ਨਾਲ ਇਹ ਕੰਮ ਕਰੇ। ਪਰ ਜੇ ਉਹਨੂੰ ਹੁਣ ਇੱਕ ਵਿਦਿਆ ਰੋਜੀ ਦਾ ਸਾਧਨ ਬਣਾ ਲਵੇ ਤੇ ਉਹਦੇ ਨਾਲ ਬਾਦਸ਼ਾਹ ਕਰਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦੇਵੇ, ਉਹ ਠੀਕ ਨਹੀਂ ਹੈ। ਧੋਖਾ ਨਾ ਕਰੇ, ਝੂਠ ਨਾ ਬੋਲੇ, ਕਿਸੇ ਦਾ ਬੁੱਧੂ ਨਾ ਬਣਾਵੇ, ਉਹ ਗਲਤ ਹੈ। ਬਾਕੀ ਰਾਹ ਦੱਸਣਾ ਕੋਈ ਕਿਸੇ ਨੂੰ ਗਲਤ ਨਹੀਂ ਹੈ, ਰਾਹ ਦੱਸਣਾ ਕਿਸੇ ਨੂੰ ਸਹੀ ਹੈ। ਇਸ ਕਰਕੇ ਫਿਰ ਉਹਨੂੰ ਕਿਹਾ ਕਰਦੇ ਸਨ ਪੁਰੋਹਤ, ਤੇ ਜਿਹੜੇ ਉਹਨੂੰ ਮੰਨਣ ਵਾਲੇ ਸਨ ਉਹ ਜਜਮਾਨ। ਤੇ ਹੁਣ ਇਹਨਾਂ ਦਾ ਜਿਹੜਾ ਪੁਰੋਹਤ ਹੈ ਤਲਵੰਡੀ ਦੇ ਵਿੱਚ, ਉਹ ਹਰਦਿਆਲ ਪੰਡਤ ਜੀ ਹੈ। ਨੌਕਰ ਨੂੰ ਕਿਹਾ ਵੀ ਹਰਦਿਆਲ ਪੰਡਤ ਜੀ ਦੇ ਕੋਲ ਜਾਓ। ਦੇਵਗ ਜੋ ਹਰਦਿਆਲ ਪ੍ਰਬੀਨਾ, ਬੜੇ ਸਿਆਣੇ ਨੇ ਉਹ, ਭਜਨ ਬੰਦਗੀ ਕਰਨ ਵਾਲੇ, ਰੱਬ ਨੂੰ ਮੰਨਣ ਵਾਲੇ। ਆਨਹੁ ਤਾਹੇ ਬਿਲੰਬ ਬਹੀਨਾ, ਤੇ ਉਹਨਾਂ ਨੂੰ ਕਿਹਾ ਵੀ ਉਹ ਦੇਰ ਨਾ ਲਾਉਣ। ਆਨੋ ਤਹਿ ਬਿਲੰਬ ਬਹੀਨਾ, ਬਿਨਾ ਦੇਰੀ ਤੋਂ ਲੈ ਕੇ ਆਓ। ਸੁਨਤ ਦਾਸ ਦਿਜ ਸਦਨ ਸੁਜਾਈ, ਨੌਕਰ ਸੁਣ ਕੇ ਪਿਤਾ ਜੀ ਦੇ ਕੋਲੋਂ ਹਰਦਿਆਲ ਪੰਡਤ ਜੀ ਦੇ ਘਰੇ ਚਲਿਆ ਜਾਂਦਾ ਹੈ। ਦਰ ਪਰ ਤਿਸ਼ਟ ਗੁਹਾਰ ਸੁਨਾਈ, ਇਹ ਜਾ ਕੇ ਦਰਵਾਜ਼ੇ ਤੇ ਗੁਹਾਰ ਸੁਣਾਈ, ਆਵਾਜ਼ ਦਿੱਤੀ। ਸ਼ਰੁਤਵਾ ਬਚਨ ਵਿਪਰ ਹਰਦਿਆਲਾ, ਜਦੋਂ ਪੰਡਤ ਜੀ ਨੇ ਆਵਾਜ਼ ਸੁਣਨਾ ਕੀਤੀ ਵੀ ਬਾਹਰ ਕੋਈ ਬੁਲਾ ਰਿਹਾ ਹੈ, ਆਲੇ ਦਰ ਨਿਕਸਿਓ ਤਤਕਾਲਾ, ਤਾਂ ਫਿਰ ਉਹ ਦਰਵਾਜ਼ਾ ਖੋਲਦੇ ਆਪਣੇ ਘਰ ਤੋਂ ਆਲਾ ਬਾਹਰ ਆਉਂਦੇ ਹਨ। ਦਿਜਜੂ ਕਾਲੂ ਮੁਝੇ ਪਠਾਇਆ, ਕਹਿਣ ਲੱਗੇ ਪੰਡਤ ਜੀ ਵੀ ਮੈਨੂੰ ਪਟਵਾਰੀ ਸਾਹਿਬ ਨੇ ਭੇਜਿਆ, ਚਲੋ ਆਪ ਤਤਕਾਲ ਬੁਲਾਇਆ। ਤੇ ਮੈਂ ਤੁਹਾਨੂੰ ਲੈ ਕੇ ਜਾਣਾ ਤੇ ਤੁਸੀਂ ਮੇਰੇ ਨਾਲ ਹੀ ਚੱਲੋ ਹੁਣੇ ਹੀ। ਕਹਿ ਦਿਜ ਹਉ ਆਵੋ ਕਰ ਪੂਜਾ, ਅੱਗੋਂ ਹਰਦਿਆਲ ਪੰਡਤ ਜੀ ਕਹਿਣ ਲੱਗੇ ਵੀ ਮੈਂ ਤੇਰੇ ਨਾਲ ਤਾਂ ਨਹੀਂ ਜਾ ਸਕਦਾ, ਮੇਰੇ ਹਾਲੇ ਕੁਝ ਕੰਮ ਬਾਕੀ ਰਹਿੰਦੇ ਹੈ, ਕਿਉਂ ਹਾਲੇ ਮੈਂ ਪੂਜਾ ਕਰਨੀ ਹੈ। ਜੋ ਦਾ ਵਿਧਾਨ ਸੀ ਸਮੇਂ ਦੇ ਮੁਤਾਬਕ, ਮੈਂ ਹਾਲੇ ਪੂਜਾ ਕਰਨੀ ਹੈ। ਬਾਹਰ ਕਰੋ ਨਹਿ ਕਾਰਜ ਦੂਜਾ, ਉਸ ਤੋਂ ਬਾਅਦ ਫਿਰ ਮੈਂ ਹੋਰ ਕੰਮ ਨਹੀਂ ਕਰਾਂਗਾ, ਪਹਿਲਾਂ ਆਹ ਕੰਮ ਕਰ ਲਵਾਂ। ਸੁਨ ਉੱਤਰ ਕੋ ਤੇ ਛਿਨ ਦਾਸਾ, ਫਿਰ ਮੈਂ ਤੁਹਾਡੇ ਘਰੇ ਪਟਵਾਰੀ ਜੀ ਦੇ ਘਰੇ ਆ ਜਾਣਾ, ਪਰ ਪਹਿਲਾਂ ਮੈਂ ਆਪਣੀ ਪੂਜਾ ਕਰਾਂਗਾ। ਜੋ ਮੇਰੇ ਮਤ ਦੇ ਮੁਤਾਬਕ ਪੂਜਾ ਕਰਨੀ ਤੇ ਪੂਜਾ ਕਰਾਉਣੀ, ਦਾਨ ਕਰਨਾ ਤੇ ਦਾਨ ਕਰਾਉਣਾ, ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ, ਇਹ ਸ਼ਾਸਤਰ ਦੇ ਮੁਤਾਬਕ ਨਿਯਮ ਨੇ ਪੰਡਤ ਦੇ ਲਈ। ਵੀ ਇਹ ਜਿਹੜਾ ਬੰਦਾ ਇਹ ਕੰਮ ਕਰਦਾ ਉਹਨੇ ਜੋ ਵੀ ਕਰਨਾ ਹੈ ਉਹਨੂੰ ਪਹਿਲਾਂ ਆਪ ਕਰਨਾ ਹੈ। ਤੇ ਸਾਨੂੰ ਵੀ ਸਿੱਖਿਆ ਸਤਿਗੁਰਾਂ ਜੀ ਨੇ ਇਹ ਦਿੱਤੇ ਵੀ ਆਪ ਜਪੋ ਅਵਰੈ ਨਾਮ ਪਾਓ। ਫਿਰ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵਾ ਹੈ। ਇਹ ਸਿੱਖਿਆ ਨਾ ਕਿ ਪਹਿਲਾਂ ਆਪ ਕਰੋ। ਧਰਮ ਜਿਹੜਾ ਹੈ ਉਹ ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ, ਸੰਸਾਰ ਦੂਸਰੇ ਤੋਂ ਸ਼ੁਰੂ ਹੁੰਦਾ ਹੈ, ਤੇ ਧਰਮ ਨਿਰੰਕਾਰ ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਪਹਿਲਾਂ ਆਪ ਧਰਮੀ ਬਣਨਾ, ਫਿਰ ਦੂਸਰੇ ਨੂੰ ਧਰਮ ਦੀ ਗੱਲ ਕਰਕੇ ਦੱਸਣੀ, ਫਿਰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਜੇ ਅਸੀਂ ਧਰਮੀ ਬਣ ਜਾਂਦੇ ਆ ਨਾ ਤੇ ਸਾਨੂੰ ਦੇਖ ਕੇ ਤਾਂ ਅਗਲਾ ਆਪੇ ਧਰਮੀ ਬਣ ਜੂਗਾ।
ਪਰ ਜਦੋਂ ਅਸੀਂ ਧਰਮੀ ਨਹੀਂ ਬਣੇ ਹੁੰਦੇ ਤੇ ਫਿਰ ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਦੂਸਰੇ ਨੂੰ ਬਣਾਉਣ ਦੀ ਕੋਈ ਅਸਰ ਨਹੀਂ ਹੁੰਦਾ। ਹੁਣ ਇਹੀ ਕੁਝ ਚੱਲ ਰਿਹਾ ਭਈ ਕਹਿਣ ਵਾਲਾ ਜਿਹੜਾ ਹੋਕਾ ਦੇਣ ਵਾਲਾ ਉਹ ਕਹਿੰਦਾ ਵੀ ਤੁਸੀਂ ਧਰਮੀ ਬਣ ਜਾਓ ਜੀ, ਧਰਮੀ ਬਣ ਜਾਓ ਜੀ, ਆਪ ਬਣਿਆ ਨਹੀਂ, ਉਹਦਾ ਅਸਰ ਹੀ ਨਹੀਂ ਹੁੰਦਾ। ਜਿਹੜਾ ਧਰਮੀ ਬਣ ਗਿਆ ਕਿ ਸਾਧ ਕੈ ਸੰਗ ਨਾਹੀ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ, ਉਹਦਾ ਤਾਂ ਫਿਰ ਦਰਸ਼ਨ ਹੀ ਬਹੁਤ ਵੱਡਾ ਹੁੰਦਾ ਹੈ। ਗੱਜ ਖੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਤਾਂ ਦਰਸ਼ਨਾਂ ਦੀ ਉਹ ਬਰਕਤ ਹੁੰਦੀ ਹੈ, ਕੁਝ ਕਰਨਾ ਹੀ ਨਹੀਂ ਪੈਂਦਾ। ਉਹ ਕਹਿੰਦਾ ਨਹੀਂ ਕਿਸੇ ਨੂੰ ਕੁਝ ਨਾ, ਧਰਮੀ ਬੰਦਾ ਨਹੀਂ ਕਿਸੇ ਨੂੰ ਕਹਿੰਦਾ ਵੀ ਤੁਸੀਂ ਧਰਮੀ ਬਣ ਜਾਓ, ਨਾ ਬੋਲਦਾ ਨਹੀਂ, ਕੁਝ ਨਹੀਂ ਕਹਿੰਦਾ ਹੈ। ਬਸ ਜਿਹੜਾ ਉਹਨੂੰ ਮਿਲ ਗਿਆ ਉਹ ਆਪਣੇ ਆਪ ਹੀ ਧਰਮੀ ਬਣ ਜਾਂਦਾ, ਆਪਣੇ ਆਪ ਹੀ। ਮੇਰੇ ਇੱਕ ਮਿੱਤਰ ਬਹੁਤ ਤਕੜੀ ਉਹਦੇ ਤੇ ਸਨ, ਉਹ ਦੱਸਦੇ ਨੇ ਮਿਲਾਪ ਦੀ ਗੱਲ। ਕਹਿੰਦੇ ਵੀ ਮੈਂ ਗੁਰਮੁਖਾਂ ਦੇ ਕੋਲ ਗਿਆ ਤੇ ਜਿਹੜੀ ਉਹਦੀ ਪੋਸਟ ਸੀ ਉਹ ਐਸੀ ਸੀ ਵੀ ਉਹ ਰਿਸ਼ਵਤ ਤੋਂ ਬਿਨਾਂ ਚੱਲਦੀ ਉਹ ਨਹੀਂ ਸੀ ਹੈਗੀ, ਉਹ ਚੱਲਦੀ ਉਹ ਰਿਸ਼ਵਤ ਨਾਲ ਸੀ। ਤੇ ਪੋਸਟ ਵੀ ਐਸੀ ਹੈ ਵੀ ਜਿਹਦੀ ਇਨਕੁਆਰੀ ਕੋਈ ਨਹੀਂ ਹੈ, ਕੋਈ ਨਹੀਂ। ਉਹ ਸਭ ਨੂੰ, ਤੁਹਾਨੂੰ ਪਤਾ ਹੀ ਹੈ ਵੀ ਕਿਹੜੀ ਪੋਸਟ ਹੁੰਦੀ ਹੈ, ਸਭ ਨੂੰ ਪਤਾ ਹੈ। ਜਿਹੜਾ ਜੱਜ ਦੇ ਕੋਲ ਬੈਠ ਕੇ ਰਿਸ਼ਵਤ ਲੈਂਦਾ ਫਿਰ ਉਹਦੀ ਇਨਕੁਆਰੀ ਕਿਹਨੇ ਕਰਨੀ ਹੈ? ਗੱਜ ਖੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਰੀਡਰ ਸੀ, ਮੋਹਾਲੀ ਦੇ ਵਿੱਚ ਲੱਗਿਆ। ਹੁਣ ਉਹਦਾ ਤਾਂ ਕੰਮ ਹੀ ਇਹਦੇ ਨਾਲ ਚੱਲਦਾ ਸੀ, ਉਹਨੂੰ ਕਹਿਣਾ ਥੋੜੀ ਪੈਂਦਾ ਸੀ। ਸਾਹਮਣੇ ਇਨਕੁਆਰੀ ਕੋਈ ਨਹੀਂ, ਜੱਜ ਸਾਹਿਬ ਕੋਲ ਹੀ ਬੈਠੇ ਆ। ਉਹ ਕਹਿੰਦਾ ਵੀ ਹੁਣ 2 ਨੰਬਰ ਦਾ ਪੈਸਾ ਹੁੰਦਾ, ਸੁਭਾਵਿਕ ਫਿਰ ਸ਼ਰਾਬ ਤੇ ਕਬਾਬ ਨਾਲ ਚੱਲਣਗੇ, ਦੋਏ ਨਾਲ ਚੱਲਣਗੇ ਨਾ, ਪੈਸੇ ਆਉਣੇ ਨਾ। ਉਹ ਕਹਿੰਦਾ ਮੈਂ ਸ਼ਰਾਬ ਵੀ ਪੀਂਦਾ ਸੀ, ਮਾਸ ਵੀ ਖਾਂਦਾ ਸੀ, ਦਾੜੀ ਵੀ ਕਟਾਈ ਹੋਈ ਸੀ, ਰਿਸ਼ਵਤ ਵੀ ਲੈਂਦਾ ਸੀ। ਪਰ ਪਹਿਲੇ ਮਿਲਾਪ ਦੇ ਵਿੱਚ ਜਦੋਂ ਗਿਆ ਮਿਲਿਆ, ਉਹਨਾਂ ਨੇ ਤੁਹਾਨੂੰ ਕੁਝ ਨਹੀਂ ਕਿਹਾ ਵੀ ਤੂੰ ਕੀ ਕਰਦਾ, ਸਿਰਫ ਇੰਨਾ ਕੁ ਪੁੱਛਿਆ ਵੀ ਤੁਹਾਡੇ ਕੋਲ ਪੈਲੀ ਕਿੰਨੀ, ਜ਼ਮੀਨ ਕਿੰਨੀ? ਕਹਿੰਦੇ ਮੈਂ ਦੱਸਤਾ। ਬਸ ਉਹਨਾਂ ਨੇ ਇੱਕ ਹੀ ਗੱਲ ਕਹੀ, ਕਹਿੰਦੇ ਤੇਰਾ ਨੌਕਰੀ ਬਿਨਾਂ ਵੀ ਗੁਜ਼ਾਰਾ ਵਧੀਆ ਹੋ ਸਕਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨੌਕਰੀ ਬਿਨਾਂ ਵੀ ਤੇਰਾ ਗੁਜ਼ਾਰਾ ਵਧੀਆ ਹੋ ਸਕਦਾ ਹੈ, ਵੀ ਜ਼ਰੂਰੀ ਨਹੀਂ ਵੀ ਤੂੰ ਨੌਕਰੀ ਕਰੇ। ਕਹਿੰਦੇ ਇੰਨੀ ਗੱਲ ਉਹਨਾਂ ਨੇ ਜ਼ਰੂਰ ਕਹੀ। ਦੁਬਾਰੇ ਗਿਆ, ਦਾੜੀ ਕੇਸ ਰੱਖ ਕੇ ਗਿਆ, ਸ਼ਰਾਬ ਛੱਡ ਕੇ ਗਿਆ, ਰਿਸ਼ਵਤ ਲੈਣੀ ਛੱਡ ਕੇ ਗਿਆ। ਤੀਸਰੀ ਵਾਰੀ ਗਿਆ, ਅੰਮ੍ਰਿਤ ਛਕ ਲਿਆ, ਨੌਕਰੀ ਵੀ ਛੱਡਤੀ, ਖੇਤੀਬਾੜੀ ਕਰਨ ਲੱਗ ਗਿਆ। ਪਰ ਉਹਨਾਂ ਨੇ ਇੱਕ ਵਾਰੀ ਨੂੰ ਪੁੱਛਿਆ ਵੀ ਤੂੰ ਕੀ ਕਰਦਾ ਹੈ? ਇਹ ਆ ਗੁਰਮੁਖੋ ਉਹਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਕਿਸੇ ਨੇ ਕਿਹਾ ਵੀ ਅਸੀਂ ਲੋਕਾਂ ਨੂੰ ਧਰਮੀ ਬਣਾਉਣਾ ਨਾ। ਜਿੰਨੇ ਮੈਂ ਉਹਨਾਂ ਦੇ ਸੰਗੀ ਦੇਖੇ ਸਾਰੇ ਸਾਬਤ ਸੂਰਤ ਅੰਮ੍ਰਿਤ ਧਾਰੀ ਔਰ ਬਾਣੀ ਪੜਨ ਵਾਲੇ, ਸਾਰੇ ਹੁਣ ਤੱਕ। ਗੁਰਮੁਖੋ ਇਹ ਟੱਪ ਦੀ ਗੱਲ ਹੈ ਤੇ ਤੁਸੀਂ ਉਹਨੂੰ ਜਾਣਦੇ ਨਹੀਂ, ਨਾ ਉਹਨਾਂ ਦਾ ਨੈਟ ਤੇ ਕਿਤੇ ਨਾਂ ਲੱਭਣਾ, ਨਾ ਉਹਨਾਂ ਦੀ ਕੋਈ ਕਿਤਾਬਾਂ ਨੇ, ਨਾ ਕੋਈ ਕੈਸਟ ਹੈ, ਨਾ ਉਹਨਾਂ ਦਾ ਕੋਈ ਡੇਰਾ, ਨਾ ਉਹਨਾਂ ਦਾ ਕੋਈ ਟਰਸਟ, ਨਾ ਹੈ ਨਹੀਂ, ਤੁਹਾਨੂੰ ਨਹੀਂ ਲੱਭਣਾ ਕਿਤੇ ਵੀ। ਸੋ ਇਹ ਹੈ ਕਮਾਈ ਵੀ ਜਿਹੜਾ ਬੰਦਾ ਸਹੀ ਅਰਥਾਂ ਦੇ ਵਿੱਚ ਧਰਮੀ ਬਣ ਗਿਆ, ਉਹਨੂੰ ਤਾਂ ਵੇਖ ਕੇ ਹੀ ਵੇਖਣ ਵਾਲੇ ਧਰਮੀ ਬਣ ਜਾਂਦੇ ਆ। ਪਰ ਜਿਹੜਾ ਆਪ ਨਹੀਂ ਨਾ ਬਣਿਆ, ਉਹ ਸਾਰੀ ਉਮਰ ਪਿੱਟਦਾ ਰਹਿੰਦਾ, ਉਹਦਾ ਅਸਰ ਕੋਈ ਨਹੀਂ ਹੁੰਦਾ। ਇਸ ਕਰਕੇ ਹਰਦਿਆਲ ਪੰਡਤ ਜੀ ਆਪ ਧਰਮੀ ਪੁਰਸ਼ ਨੇ। ਜੋ ਵੇਦ ਦੇ ਮੁਤਾਬਕ ਨਿਯਮ ਹੈ ਪੰਡਤ ਦੇ ਲਈ ਬਣੇ ਹੋਏ, ਵੇਦ ਵਿਆਸ ਜੀ ਨੇ ਬਣਾਏ, ਉਹਨਾਂ ਤੇ ਉਹ ਖਰਾ ਹੈ। ਉਹ ਕਹਿੰਦਾ ਵੀ ਪਹਿਲਾਂ ਮੈਂ ਕਰਾਂਗਾ ਆਪਣੀ ਪੂਜਾ, ਫੇਰ ਆਵਾਂਗਾ ਤੁਹਾਡੇ ਘਰੇ। ਵੀ ਜੇ ਹੁਣ ਆਪਣੀ ਉਹ ਪੂਜਾ ਨਹੀਂ ਕਰੀ, ਦੂਸਰੇ ਦੇ ਘਰੇ ਜਾ ਕੇ ਪੂਜਾ ਕਰਨ ਦਾ ਕੀ ਫਾਇਦਾ? ਸਾਡੀ ਹਾਲਤ ਇਹੀ ਬਣੀ ਹੋਈ ਹੈ ਵੀ ਅਸੀਂ ਦੂਸਰੇ ਦੇ ਘਰੇ ਜਾ ਕੇ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਪਰ ਜੇ ਸਾਨੂੰ ਕੋਈ ਪੁੱਛੇ ਵੀ ਬਾਣੀ ਤੁਸੀਂ ਉਂਝ ਪੜ੍ਹਦੇ ਨਾ, ਨਿਤਨੇਮ ਵੀ ਪੂਰਾ ਨਹੀਂ ਕਰਦੇ ਹੈ। ਪਹਿਲਾਂ ਆਪਣਾ ਨਿਤਨੇਮ ਜ਼ਰੂਰੀ ਹੈ ਸਿੱਖ ਵਾਸਤੇ, ਐ ਜੇ ਸਿੱਖ, ਬਾਕੀ ਗੱਲਾਂ ਬਾਅਦ ਦੇ ਵਿੱਚ। ਸੋ ਫੇਰ ਭਲਾ ਹੋ ਸਕਦਾ, ਪਰ ਹੁਣ ਬੰਦਾ ਆਪਣੇ ਵਾਸਤੇ ਬਾਣੀ ਨਾ ਪੜ੍ਹੇ ਤੇ ਦੂਸਰਿਆਂ ਵਾਸਤੇ ਪੜ੍ਹਦਾ ਫਿਰੇ, ਫਿਰ ਉਹਦਾ ਬੋਝ ਹੀ ਚੁੱਕਣਾ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਇਸ ਲਈ ਆਪ ਜਪੋ
ਆਵਰ ਹੈ ਨਾਮ ਜਪਣ ਲੱਗ ਜੋ। ਤੇ ਫਿਰ ਜਿਹੜਾ ਆਊਗਾ ਤੁਹਾਡੇ ਦਰਸ਼ਨ ਕਰੂਗਾ, ਉਹਦੀ ਰਸਨਾ ਆਪਣੇ ਆਪ ਹੀ ਜਪਣਾ ਸ਼ੁਰੂ ਕਰ ਦੂ। ਤੁਸੀਂ ਨਹੀਂ ਉਹਨੂੰ ਕਹਿਣਾ ਵੀ ਨਾਮ ਜਪਿਆ ਕਰ ਨਾ। ਇਹ ਦਰਸ਼ਨਾਂ ਦਾ ਅਸਰ ਹੈ, ਮਿਲਾਪ ਦਾ ਸੁੱਖ ਹੈ। ਐਸਾ ਧਰਮੀ ਬੰਦਾ ਹੋਣਾ ਚਾਹੀਦਾ ਹੈ। ਕੋਈ ਕਿਸੇ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਧਰਮ ਦਾ ਕੋਈ ਸੰਬੰਧ ਨਹੀਂ ਹੈ ਕਿਸੇ ਨਾਲ। ਧਰਮ ਤਾਂ ਹੈ ਵੀ ਅਸੀਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਨਾ ਹੈ। ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਤੇ ਧਰਮੀ ਹੈ, ਤੇ ਜੇ ਧਰਮੀ ਹੈਗਾ ਇਮਾਨਦਾਰੀ ਕੋਲ ਨਹੀਂ ਹੈ, ਫਿਰ ਪਖੰਡੀ ਹੈ। ਗੱਲ ਨਾ ਇੱਥੇ ਕਾਜੀ ਦੀ ਹੈ, ਨਾ ਮਲਾਣੇ ਦੀ ਹੈ, ਨਾ ਪੰਡਤ ਦੀ ਹੈ, ਨਾ ਸਿੱਖ ਦੀ ਹੈ, ਨਾ ਇੱਥੇ ਚਰਚ ਵਾਲੇ ਫਾਦਰ ਦੀ ਹੈ। ਗੱਲ ਕਿਸੇ ਦੀ ਨਹੀਂ ਹੈ, ਗੱਲ ਇਮਾਨਦਾਰੀ ਨਾਲ ਹੈ ਵੀ ਕੀ ਤੁਸੀਂ ਉਹਨੂੰ ਸਵੀਕਾਰ ਕਰਦੇ ਹੋ ਜੋ ਬਾਈਬਲ ਕਹਿੰਦੀ ਹੈ, ਜੋ ਕੁਰਾਨ ਕਹਿੰਦੇ ਤੁਸੀਂ ਮੰਨਦੇ ਹੋ, ਗੀਤਾ ਕਹਿੰਦੀ ਪੰਡਤ ਜੀ ਮੰਨਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੁਸੀਂ ਮੰਨਦੇ ਹੋ? ਨਹੀਂ, ਫਿਰ ਪਖੰਡ। ਸਹੀ ਅਰਥਾਂ ਦੇ ਵਿੱਚ ਬੰਦਾ ਅੰਦਰੋਂ ਤੇ ਬਾਹਰੋਂ ਇੱਕ ਹੋਵੇ। ਚੰਗੇ ਸਨ। ਪੰਡਤ ਜੀ ਨੇ ਕਿਹਾ ਵੀ ਪੂਜਾ ਕਰਕੇ ਦੂਸਰਾ ਕੰਮ ਨਹੀਂ ਕਰਦਾ, ਤੁਹਾਡੇ ਘਰੇ ਸਿੱਧਾ ਆਵਾਂਗਾ। ਉਸੇ ਬਾਤ ਨੌਕਰ ਨੇ ਸੁਣਿਆ ਤੇ ਉਹ ਵਾਪਸ ਆ ਜਾਂਦਾ ਹੈ। ਕਾਲੂ ਪਾਸ ਕਰੀ ਅਰਦਾਸਾ। ਆਪਣੇ ਮਾਲਕ ਦੇ ਕੋਲ ਆ ਕੇ ਸੇਵਾਦਾਰ ਨੇ ਹੱਥ ਜੋੜ ਕੇ ਕਹਿ ਦਿੱਤਾ, ਪੰਡਤ ਜੀ ਦਾ ਸੁਨੇਹਾ ਦਿੱਤਾ। ਘਟੀ 5 ਲੋ ਅਰੁਣਾ ਕਰਕੇ। ਹੁਣ ਕਹਿੰਦੇ ਵੀ 5 ਘੜੀਆਂ ਤੱਕ ਜਦੋਂ ਦਿਨ ਚੜ੍ਹ ਆਇਆ, ਆਇਓ ਦ੍ਵਿਜ ਸ਼ੁਭ ਸਗਨ ਵਿਚਰ ਕੇ। ਫਿਰ ਪੰਡਤ ਜੀ ਆਪਣਾ ਸ਼ੁਭ ਤੇ ਅਸ਼ੁਭ ਦੇਖਦੇ, ਹਿਸਾਬ ਕਿਤਾਬ ਜੋ ਉਹਨਾਂ ਦਾ ਹੁੰਦਾ ਜੋਤਿਸ਼ ਵਿਦਿਆ ਦੇ ਮੁਤਾਬਕ, ਫੇਰ ਉਹ ਚੱਲਦੇ ਹਨ ਘਰੋਂ। ਕਾਲੂ ਕੋ ਸਵਸਤੈਨ ਸੁਨਾਇਓ। ਤੇ ਆ ਕੇ ਫਿਰ ਕਾਲੂ ਜੀ ਨੂੰ ਅਸ਼ੀਰਵਾਦ ਦਿੱਤਾ, ਲੰਮੀ ਉਮਰ ਦਾ, ਸੁਖ ਆਨੰਦ ਰਹਿਣ ਦਾ। ਵੇਖ ਉਤਸ਼ਾਹ ਕੋ ਉਰਹਲ ਸਾਇਓ। ਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ, ਸਾਰੇ ਖੁਸ਼ ਸਨ ਵੀ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਵੀ ਮਹਿਤਾ ਜੀ ਨੂੰ। ਸਾਰੇ ਖੁਸ਼। ਤੇ ਜਦੋਂ ਸਾਰਿਆਂ ਦੀ ਖੁਸ਼ੀ ਦੇ ਵਿੱਚ ਜਾ ਕੇ ਉਹਨਾਂ ਨੇ ਦੇਖਿਆ, ਇਹਨਾਂ ਨੂੰ ਵੀ ਖੁਸ਼ੀ ਹੋਈ। ਦੋਹਰਾ ਦਿਜਬਰ ਕੋ ਲੈ ਅਜਰ ਮਹਿ, ਸਾਦਰ ਆਸਨ ਡਾਸ। ਪੰਡਤ ਜੀ ਨੂੰ ਬੜੇ ਸਤਿਕਾਰ ਦੇ ਨਾਲ ਮੰਜਾ ਢਾ ਕੇ ਵਿਹੜੇ ਦੇ ਵਿੱਚ ਬਿਠਾਉਣਾ ਕੀਤਾ। ਬੈਠਾਇਓ ਬਹੁ ਭਾਵ ਕਰ, ਆਪ ਬੈਸ ਤਿਸ ਪਾਸ। ਉਹਨਾਂ ਨੂੰ ਭਲਾ ਮੰਜੇ ਤੇ ਬਿਠਾ ਕੇ ਤੇ ਫਿਰ ਪਿਤਾ ਕਾਲੂ ਜੀ ਆਪ ਥੱਲੇ ਬੈਠਦੇ। ਬਰਾਬਰ ਨਹੀਂ ਸੀ ਬਹਿੰਦੇ ਹੁੰਦੇ ਵੱਡਿਆਂ ਦੇ। ਪੰਡਤ ਜੀ ਉੱਪਰ ਬਹਿੰਦੇ ਸਨ ਉੱਚੇ ਤੇ ਜਜਮਾਨ ਥੱਲੇ ਬੈਠਦਾ ਹੁੰਦਾ ਸੀ। ਇੰਨਾ ਆਦਬ, ਇੰਨਾ ਸਤਿਕਾਰ ਸੀ, ਮਾਨੋ ਕਿਸੇ ਉਸੇ ਨੂੰ ਹੀ ਰੱਬ ਮੰਨਿਆ ਜਾਂਦਾ ਸੀ ਵੀ ਸਾਡਾ ਤੇ ਰੱਬ ਇਹੀ ਹੈ। ਇੰਨਾ ਸਤਿਕਾਰ। ਆਪ ਪਿਤਾ ਜੀ ਥੱਲੇ ਬੈਠ ਜਾਂਦੇ ਹਨ। ਜਾ ਪਈ ਕਹਿ ਕਾਲੂ ਸੁਨ ਸ਼੍ਰੋਨ ਦਿਜਿੰਦੂ। ਹੁਣ ਪਿਤਾ ਜੀ ਭਰਹੋਤ ਨੂੰ ਆਪਣੇ ਵੱਲੋਂ ਬੇਨਤੀ ਕਰਦੇ ਨੇ। ਕਹਿੰਦੇ ਵੀ ਪੰਡਤ ਜੀ ਬੜੀ ਮਾਲਕ ਦੀ ਕਿਰਪਾ ਹੋਈ ਹੈ ਤੇ ਤੁਹਾਨੂੰ ਇਸੇ ਕਰਕੇ ਬੁਲਾਇਆ ਹੈ। ਦਇਓ ਸਦਨ ਮਮ ਤਾਤ ਗੋਬਿੰਦੂ। ਗੋਬਿੰਦ ਪਰਮੇਸ਼ਰ ਪਰਮਾਤਮਾ ਨੇ ਮੇਰੇ ਘਰੇ ਪੁੱਤਰ ਦੀ ਦਾਤ ਬਖਸ਼ੀ ਹੈ। ਮੁਝ ਪਰ ਨਿਜ ਅਨਕੰਪਾ ਧਾਰੋ। ਤੇ ਹੁਣ ਮੇਰੇ ਤੇ ਤੁਸੀਂ ਅਨਕੰਪਾ ਧਾਰੋ, ਕਿਰਪਾ ਕਰੋ। ਸੋਧ ਮਹੂਰਤ ਲਗਨ ਵਿਚਾਰੋ। ਤੇ ਹੁਣ ਤੁਸੀਂ ਮਹੂਰਤ ਨੂੰ ਸੋਧ ਕੇ ਲਗਨ ਵੇਖਣਾ ਕਰੋ। ਭੇਦ ਸ਼ੁਭਾ ਸ਼ੁਭ ਸਭ ਲਖ ਲੀਜੈ। ਚੰਗਾ ਮਾੜਾ ਤੁਸੀਂ ਹਿਸਾਬ ਕਿਤਾਬ ਲਾ ਲਓ। ਭਵ ਪਤਰੀ ਇਸ ਕੀ ਲਿਖ ਦੀਜੈ। ਤੇ ਨਾਲੇ ਮੇਰੇ ਪੁੱਤਰ ਦੀ ਭਾਵ ਪੱਤਰੀ, ਜਨਮ ਪੱਤਰੀ ਬਣਾ ਦਿਓ। ਕੁੰਕਮ ਕਾਗਦ ਕਾਲੂ ਆਨਹੁ। ਕਹਿਣ ਲੱਗੇ ਵੀ ਠੀਕ ਹੈ, ਕਾਗਜ਼ ਲਿਆਓ ਤੇ ਕੇਸਰ ਲਿਆਓ। ਗਣਪਤ ਪੂਜ ਗ੍ਰਹਿਣ ਸਨਮਾਨਹੁ। ਤੇ ਮੈਂ ਫਿਰ ਹੁਣ ਗਣਪਤ ਦੀ ਪੂਜਾ ਕਰਾਂਗਾ। ਗਣਪਤ ਕਹਿੰਦੇ ਗਣੇਸ਼ ਜੀ ਨੂੰ। ਕੋਈ ਵੀ ਚੰਗਾ ਕੰਮ ਕਰਦਾ ਸਨਾਤਨ ਮਤ ਦੇ ਵਿੱਚ ਸ਼੍ਰੀ ਗਣੇਸ਼ ਕਹਿੰਦੇ ਆ ਨਾ, ਉਹਨੂੰ ਮੰਗਲ ਖੁਸ਼ੀ ਦੇ ਰੂਪ ਦੇ ਵਿੱਚ। ਸਨਾਤਨ ਮਤ ਦੇ ਵਿੱਚ ਗਣੇਸ਼ ਕਹਿ ਕੇ ਮੰਗਲ ਹੈ। ਕਹਿੰਦੇ ਵੀ ਮੈਂ ਹੁਣ ਗਣੇਸ਼ ਜੀ ਦੀ ਪੂਜਾ ਕਰਨੀ ਹੈ ਤੇ ਪੂਜਾ ਕਰਨ ਵਾਸਤੇ ਜਿਹੜਾ ਉਹਨਾਂ ਦਾ ਸਮਾਜ ਹੈ, ਸੌਜ ਵਿਧੀ, ਉਹ ਸਮਾਨ ਲਿਆਓ। ਐਵੇਂ ਤਾਂ ਨਹੀਂ ਕੰਮ ਹੋਣਾ, ਮਰਿਆਦਾ ਪੂਰੀ ਕਰੋ।
ਮੈਂ ਪੂਜਾ ਕਰਨੀ ਉਹਦਾ ਸਮਾਨ ਮੰਗਵਾ ਲੋ। ਬਾਲਕ ਸ਼ਬਦ ਲੈ ਜੋ ਜਨਮਾ, ਫਿਰ ਬਾਲਕ ਦੇ ਸ਼ਬਦ ਬਾਰੇ ਮੈਨੂੰ ਦੱਸੋ। ਸੋ ਸ਼ਬਦ ਸੁਨਾਓ ਸ਼ਰਵਨ ਮਾ, ਕਿਹਨੇ ਸੁਣਿਆ ਉਹ ਧਿਆਨ ਦੇ ਨਾਲ ਮੈਨੂੰ ਸੁਣਾਓ, ਦੱਸੋ। ਭਇਓ ਕਾਲ ਕਿਸ ਜਨਮ ਸੁਨਾਵਹੁ, ਉਸ ਤੋਂ ਬਾਅਦ ਫਿਰ ਮੈਨੂੰ ਸਮਾਂ ਦੱਸੋ ਵੀ ਕਿਹੜੇ ਸਮੇਂ ਦੇ ਵਿੱਚ ਜਨਮ ਹੋਇਆ। ਬੂਝੋ ਤਾਏ ਹਜ਼ੂਰ ਬੁਲਾਵਹੁ, ਇਹ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਪਤਾ, ਇਹ ਗੱਲਾਂ ਦਾ ਦਾਈ ਨੂੰ ਪਤਾ ਹੋਊਗਾ। ਉਹਨੂੰ ਬੁਲਾਓ, ਦਾਈ ਨੂੰ ਬੁਲਾ ਕੇ ਲਿਆਓ। ਸ੍ਰੀ ਨਾਨਕ ਕੀ ਦੌਲਤ ਦਾਈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਵੇਲੇ ਜਿਹੜੀ ਬੀਬੀ ਹੈ ਉਹਦਾ ਨਾਮ ਹੈ ਦੌਲਤਾਂ ਦਾਈ। ਸੋ ਕਾਲੂ ਤਤਕਾਲ ਬੁਲਾਈ, ਪਿਤਾ ਜੀ ਨੇ ਨਾਲ ਦੀ ਨਾਲ ਸੁਨੇਹਾ ਭੇਜ ਕੇ ਦਾਈ ਦੌਲਤਾਂ ਨੂੰ ਬੁਲਾ ਲਿਆ। ਪਠੇ ਦਾਸ ਸਭ ਸੌਜ ਮੰਗਾਈ, ਉਧਰ ਨੌਕਰ ਭੇਜੇ ਤੇ ਜਿਹੜਾ ਪੰਡਤ ਜੀ ਨੇ ਸਮਾਨ ਕਿਹਾ ਪੂਜਾ ਵਾਸਤੇ ਉਹ ਵੀ ਮੰਗਵਾ ਲਿਆ। ਜੋ ਜੋ ਦਿਜਬਰ ਦੀਨ ਰਜਾਈ, ਜੋ ਜੋ ਪੰਡਤ ਜੀ ਲਿਖਦੇ ਲਿਖਾਉਂਦੇ ਹਨ। ਦੋਹਰਾ ਗ੍ਰਹਿ ਅਭਿਖੇਕ ਕੀ ਵਸਤ ਸਭ, ਕਾਲੂ ਤਹਿ ਤਹਿ ਲਿਆਏ। ਗ੍ਰਹਿਾਂ ਨੂੰ ਪੂਜਣ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਸਨਾਤਨ ਮਤ ਦੇ ਵਿੱਚ ਜੋਤਿਸ਼ ਵਿਦਿਆ ਦੇ ਮੁਤਾਬਕ ਹੈ ਉਹ ਸਾਰਾ ਕੁਝ ਮੰਗਵਾ ਲਿਆ ਪਿਤਾ ਕਾਲੂ ਜੀ ਨੇ। ਬਹਰੋ ਬੈਸਿਓ ਪਾਸ ਬਿਪ, ਬਦਨ ਹੈ ਬਚਨ ਅਲਾਏ। ਫਿਰ ਬੈਠ ਕੇ ਹਰਦਿਆਲ ਪੰਡਤ ਜੀ ਦੇ ਕੋਲ ਪਿਤਾ ਕਾਲੂ ਜੀ ਕਹਿਣ ਲੱਗੇ। ਚੌਪਈ ਘਟੀ ਏਕ ਦੋ ਜਾਮ ਤਰਜਾਮਾ, ਹੁਣ ਜਿਵੇਂ ਦਾਈ ਨੇ ਦੱਸਿਆ ਉਸੇ ਤਰ੍ਹਾਂ ਹੀ ਦੱਸਣਾ ਕੀਤਾ ਕਿ ਭਈ 2 ਪਹਿਰ ਘੜੀਆਂ, 2 ਪਹਿਰ ਤੇ 1 ਘੜੀ ਉੱਪਰ ਬੀਤੀ ਹੁਤੀ ਸਿਸ ਭਵ ਅਭਰਾਮਾ। ਸਾਡੇ ਹਿਸਾਬ ਦੇ ਨਾਲ ਇਤਨਾ ਕੁ ਸਮਾਂ ਜਿਹੜਾ ਹੈ ਉਹ ਲੰਘ ਗਿਆ ਸੀ ਰਾਤ ਦਾ। ਕੌਣ ਸ਼ਬਦ ਲੈ ਉਪਜਿਓ ਬਾਲਕ, ਫਿਰ ਉਹ ਪੁੱਛਦੇ ਨੇ ਵੀ ਬੱਚਾ ਰੋਇਆ ਹੋਣਾ, ਉਹ ਵੀ ਦੱਸਣਾ ਕਰੋ ਕਿਸ ਤਰ੍ਹਾਂ ਦੀ ਆਵਾਜ਼ ਵਿੱਚ ਰੋਇਆ ਹੈ। ਤਾਏ ਬਤਾਵੋ ਸੋ ਤਤਕਾਲਕ, ਹੁਣ ਇਹਨਾਂ ਗੱਲਾਂ ਬਾਰੇ ਪਿਤਾ ਜੀ ਨੂੰ ਪਤਾ ਨਹੀਂ। ਉਹ ਕਹਿੰਦੇ ਜੀ ਮੈਂ ਤਾਂ ਸਮਾਂ ਪੁੱਛਿਆ ਤੇ ਬਾਕੀ ਹੁਣ ਇਹ ਤਾਂ ਫਿਰ ਉਹਨੂੰ ਹੀ ਪੁੱਛ ਲਓ। ਫੇਰ ਬੁਲਾਇਆ ਭਾਈ ਦੌਲਤਾਂ, ਹਾਂ ਦੱਸ ਤੂੰ ਜੋ ਸ਼ਬਦ ਸੁਣਿਆ ਗੁਰੂ ਜੀ ਦੇ ਜਨਮ ਵੇਲੇ ਉਹ ਦੱਸ ਦੇ। ਬੋਲੀ ਬਚਨ ਦੌਲਤਾ ਦਾਈ, ਹੁਣ ਹਰਦਿਆਲ ਪੰਡਤ ਜੀ ਦੌਲਤਾਂ ਦਾਈ ਨੂੰ ਪੁੱਛਦੇ ਵੀ ਦੱਸ ਕਿਹੜਾ ਸ਼ਬਦ ਤੂੰ ਸੁਣਿਆ ਰੋਣ ਵੇਲੇ। ਸੁਨੋ ਬ੍ਰਿਤਾਂਤ ਅਹੋ ਦਿਜਰਾਈ, ਫਿਰ ਅੱਗੋਂ ਦੌਲਤਾਂ ਦਾਈ ਕਹਿੰਦੀ ਦਿਜਰਾਈ, ਇਹ ਸਤਿਕਾਰਯੋਗ ਪੰਡਤ ਜੀ ਸੁਣੋ। ਬਹੁ ਸਿਸ ਜਨਮੇ ਮਮ ਕਰ ਮਾਹੀ, ਦੇਖੋ ਮੇਰਾ ਤਾਂ ਕੰਮ ਹੀ ਇਹੀ ਹੈ, ਕਿੰਨੇ ਬੱਚਿਆਂ ਦਾ ਜਨਮ ਹੋਇਆ ਮੇਰੇ ਹੱਥਾਂ 'ਚ। ਯਹ ਅਚਰਜ ਕਬ ਦੇਖਿਓ ਨਾਹੀ, ਪਰ ਜਿਹੜੀ ਅੱਜ ਕੱਲ ਹੈਰਾਨਗੀ ਵਾਲੀ ਦੇਖੀ ਆ ਉਹ ਮੈਂ ਕਦੇ ਵੀ ਨਹੀਂ ਦੇਖੀ। ਵੀਰਘ ਨਰ ਜੋ ਬਿਗਸ ਮਿਲੇ ਹੈ, ਕਹਿੰਦੀ ਜਿਵੇਂ ਵੱਡੇ ਬੰਦੇ ਨਾ ਆਪਸ ਦੇ ਵਿੱਚ ਮਿਲ ਕੇ ਖੁਸ਼ ਹੁੰਦੇ ਹਨ, ਤਿਉ ਇਨ ਕੀਨੇ ਸ਼ਬਦ ਭਲੇ ਹੈ। ਇਹ ਹੱਸਦਾ ਸੀ, ਇਹ ਰੋਂਦਾ ਨਹੀਂ ਸੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰੋਇਆ ਨਹੀਂ। ਮੈਂ ਹੁਣ ਤੈਨੂੰ ਕਿਵੇਂ ਕਹਾ ਕਿਹੜਾ ਸ਼ਬਦ ਸੀ, ਇਹ ਰੋਇਆ ਹੀ ਨਹੀਂ। ਮੈਂ ਕਿਵੇਂ ਕਹਾ, ਇਹ ਹੱਸਦਾ ਸੀ, ਇਹਦੇ ਚਿਹਰੇ ਉੱਤੇ ਮੁਸਕਰਾਹਟ ਸੀ, ਦਾ ਚਿਹਰਾ ਖਿੜਿਆ ਹੋਇਆ ਹੈ। ਜਿਵੇਂ ਵੱਡੇ ਬੰਦੇ ਹੱਸਦੇ ਹੁੰਦੇ ਨਾ ਮਿਲ ਕੇ ਖੁਸ਼ ਹੁੰਦੇ, ਇਹ ਤੇ ਐ ਖੁਸ਼ ਸੀਗਾ। ਸ਼ੁਭ ਲੱਛਣ ਸ਼ੁਭ ਅੰਗਨ ਮਾਹੀ, ਸਾਰੇ ਅੰਗਾਂ ਦੇ ਵਿੱਚ ਸ਼ੁਭ ਲੱਛਣ ਹਨ। ਜੋ ਸਭ ਤੋਂ ਪਹਿਲਾਂ ਦਾਈ ਨੇ ਦੱਸਣਾ ਹੁੰਦਾ ਸੀ ਪੰਡਤ ਜੀ ਨੂੰ, ਫਿਰ ਖਾਸਾ ਕੰਮ ਤਾਂ ਦੇਖ ਕੇ ਸੁਣ ਕੇ ਆਏ ਜਾਂਦਾ ਨਾ। ਆ ਜਿਹੜੇ ਮੈਡੀਕਲ ਸਟੋਰ ਵਾਲੇ ਹੁੰਦੇ ਇਹਨਾਂ ਕੋਲ ਡਾਕਟਰਾਂ ਦੇ ਲਿਸਟਾਂ ਜਾਂਦੀਆਂ ਦਵਾਈਆਂ, ਇਹਨਾਂ ਨੂੰ ਕਾਫੀ ਪਤਾ ਲੱਗ ਜਾਂਦਾ ਵੀ ਕਿਹੜੀ ਦਵਾਈ ਕਿੱਥੇ ਵਰਤਦੇ ਆ। ਗੱਜ ਕੇ ਆਖੋ ਸਤਨਾਮ, ਖਾਸਾ ਤਜਰਬਾ ਹੋ ਜਾਂਦਾ ਨਾਲ ਰਹਿ ਕੇ। ਇਸ ਤਰ੍ਹਾਂ ਦਾਈ ਹੁਣ ਬਾਹ ਪਹਿੰਦਾ ਰਹਿੰਦਾ ਸੀ, ਪੰਡਤ ਜੀ ਦੇ ਨਾਲ ਦੱਸਦੀ ਰਹਿੰਦੀ ਸੀ, ਖਾਸਾ ਕੰਮ ਤਾਂ ਉਹਨੂੰ ਵੀ ਪਤਾ ਸੀਗਾ। ਕਹਿੰਦੀ ਮੈਂ ਦੇਖੇ ਆ ਤੁਹਾਡੇ ਤੋਂ ਪਹਿਲਾਂ ਹੀ ਮੈਂ ਜਿਹੜੇ ਨੇ ਨਾ ਅੰਗ ਵੇਖੇ ਨੇ, ਜਿਵੇਂ ਤੁਸੀਂ ਦੱਸਦੇ ਹੁੰਦੇ ਆ ਸਾਰੇ ਅੰਗਾਂ ਦੇ ਲੱਛਣ ਸ਼ੁਭ ਹਨ। ਆਨ ਨਰਨ ਜਿਉ ਨਰ ਇਹ ਨਾਹੀ, ਇੱਕ ਗੱਲ ਮੈਂ ਕਹਾਂ ਪੰਡਤ ਜੀ ਵੀ ਇਹਦਾ ਹਿਸਾਬ ਕਿਤਾਬ ਤੁਸੀਂ ਨਾ ਆਮ ਬੱਚਿਆਂ ਦੀ ਤਰ੍ਹਾਂ ਨਾ ਲਾਇਓ।
ਇਹ ਆਮ ਬੱਚਿਆਂ ਦੀ ਤਰ੍ਹਾਂ ਬੱਚਾ ਨਹੀਂ ਹੈ। ਮੈਂ ਕੁਝ ਨਹੀਂ ਕਹਿ ਸਕਦੀ ਤੁਹਾਨੂੰ ਇਹਦੇ ਬਾਰੇ, ਮੈਨੂੰ ਸਮਝ ਹੀ ਨਹੀਂ ਹੈ, ਮੈਂ ਕਿਵੇਂ ਦੱਸਾਂ ਤੁਹਾਨੂੰ। ਦੋਹਰਾ ਸੁਨ ਦਿਜ ਬਰ ਸਭ ਬਚਨ ਕੋ, ਜੋ ਤਿਸ ਕੀਨ ਵਿਚਾਰ। ਹੁਣ ਪੰਡਤ ਜੀ ਨੇ ਸਮਾਂ ਸੁਣ ਲਿਆ, ਸ਼ਬਦ ਦੌਲਤਾਂ ਨੇ ਦੱਸਿਆ ਨਹੀਂ, ਫਿਰ ਆਪਣੀ ਵਿਦਿਆ ਦੇ ਮੁਤਾਬਕ ਉਹ ਹਿਸਾਬ ਕਿਤਾਬ ਵਿਚਾਰ ਕਰਨ ਲੱਗੇ। ਸ਼ੁਭ ਨਿਛਤਰ ਸ਼ੁਭ ਕਾਲ ਮਹਿ, ਸ਼ੁਭ ਤਿਤ ਪੁਨ ਸ਼ੁਭ ਵਾਰ। ਹੁਣ ਜਿਹੜਾ ਸਮਾਂ ਹੈ ਉਹ ਸੂਰਜ ਨਾਲ ਵੀ ਜੁੜਿਆ ਹੁੰਦਾ ਹੈ, ਚੰਦਰਮਾ ਦੇ ਨਾਲ ਵੀ ਜੁੜਿਆ ਹੁੰਦਾ ਹੈ। ਦਿਨਾਂ ਦੇ ਹਿਸਾਬ ਨਾਲ ਆਪਾਂ ਦਿਨ ਗਿਣਦੇ ਆਂ, ਸੂਰਜ ਨਾਲ ਸੰਬੰਧਿਤ ਸੰਡੇ ਮੰਡੇ ਟਿਊਜ਼ਡੇ, ਤੇ ਉਧਰ ਚੰਦਰਮਾ ਦੇ ਨਾਲ ਏਕਮ ਦੂਜ ਤੀਜ ਚੌਥ ਉਹ ਜੁੜੇ ਹੁੰਦੇ ਨੇ। ਇਸ ਤਰ੍ਹਾਂ ਫਿਰ ਪੰਡਤ ਜੀ ਫਿਰ ਸਾਰੇ ਹਿਸਾਬ ਕਿਤਾਬ ਲਾਉਂਦੇ ਨੇ ਵੀ ਕਿਹੜਾ ਸਾਲ ਚੱਲ ਰਿਹਾ, ਉਹਦਾ ਕਿਹੜਾ ਸਮਾਂ, ਫਿਰ ਉਦੋਂ ਦੇਖਦੇ ਨੇ। ਸਾਰੀ ਵਿਚਾਰ ਕਰਕੇ ਵੇਖਣਾ ਕੀਤੀ। ਚੌਪਈ ਭਲੇ ਲਗਨ ਮਹਿ ਬਾਲਕ ਜਨਮਾ। ਕਹਿੰਦੇ ਵੀ ਲਗਨ ਤੇ ਬਹੁਤ ਚੰਗਾ ਹੈ ਜਿਹਦੇ ਵਿੱਚ ਬੱਚੇ ਦਾ ਜਨਮ ਹੋਇਆ। ਬਿਦੁਖ ਵਿਚਾਰ ਕਰਤ ਬਹੁ ਮਨਮਾ। ਬਹੁਤ ਵਿਚਾਰ ਕਰਦੇ ਹਨ ਬਿਦੁਖ ਪੰਡਤ ਜੀ। ਵੈ ਅਸਿਸਤ ਹੈ ਅਵਤਾਰੀ ਕੋ। ਤਾਂ ਅੰਦਰੋਂ ਆਵਾਜ਼ ਆਈ ਹਰਦਿਆਲ ਪੰਡਤ ਜੀ ਦੇ, ਕਹਿੰਦੇ ਵੀ ਇਹ ਬੱਚਾ ਇਹ ਕੋਈ ਅਵਤਾਰੀ ਪੁਰਸ਼ ਹੈ, ਆਮ ਮਨੁੱਖਾਂ ਦੀ ਤਰ੍ਹਾਂ ਇਹਦਾ ਜਨਮ ਨਹੀਂ ਹੋਇਆ, ਇਹ ਅਵਤਾਰੀ ਪੁਰਸ਼ਾਂ ਦੀ ਸ਼੍ਰੇਣੀ ਵਿੱਚ ਆਉਂਦਾ ਇਹ ਸਮਾਂ। ਹਿਸਾਬ ਕਿਤਾਬ ਲਾ ਕੇ ਵੇਖਦੇ ਹਨ। ਵੱਡਾ ਭਾਗ ਕਾਲੂ ਕੇ ਹੋ। ਕਹਿੰਦੇ ਵੀ ਜੇ ਕਾਲੂ ਦੇ ਘਰੇ ਇਸ ਬੱਚੇ ਦਾ ਅਵਤਾਰ ਹੋਇਆ ਤੇ ਸਮਝੋ ਕਾਲੂ ਦੇ ਬਹੁਤ ਵੱਡੇ ਭਾਗ ਹੋਣਗੇ। ਇਉਂ ਹਿਸਾਬ ਲਾਉਂਦੇ ਹਨ। ਕੈ ਬਿਦ ਬਿਸ਼ਨ ਕੇ ਸ਼ਿਵ ਭਵ ਲੀਨੋ। ਹੁਣ ਜਿਹੜਾ ਸਨਾਤਨ ਮਤ ਹੈ ਉਹ ਤਿੰਨ ਦੇਵਤੇ ਮੰਨ ਕੇ ਚੱਲਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਇੰਨੀ ਸੋਚ ਕੰਮ ਕਰਦੀ। ਉਹਦੇ ਮੁਤਾਬਕ ਪੰਡਤ ਜੀ ਹਿਸਾਬ ਲਾਉਂਦੇ ਵੀ ਕਿਹਦਾ ਅਵਤਾਰ ਹੈ ਇਹ, ਬ੍ਰਹਮਾ ਦਾ ਜਾਂ ਫਿਰ ਵਿਸ਼ਨੂੰ ਦਾ। ਜਗਤ ਉਦਾਹਰਨ ਲੱਛਣ ਚੀਨੋ। ਜਿਹੜੇ ਲੱਛਣ ਨੇ ਉਹ ਜਗਤ ਦੇ ਉਧਾਰ ਕਰਨ ਵਾਲੇ ਹਨ। ਆਤ ਪਤਰ ਇਸ ਸੀਸ ਚੁਲਾਰੇ। ਕਹਿੰਦੇ ਵੀ ਇਸ ਸਮੇਂ ਜੇ ਜਨਮ ਹੋਇਆ ਤਾਂ ਜ਼ਰੂਰ ਇਹਦੇ ਸਿਰ ਤੇ ਛਤਰ ਝੁੱਲੇਗਾ। ਗੁਰਬੀ ਨਿਸਾ ਜਨਮ ਭਇਓ ਬਾਰੇ। ਕਿਉਂਕਿ ਪਿਛਲੇ ਪੈਰ ਜਾ ਕੇ ਜਨਮ ਹੁੰਦਾ ਹੈ ਜਿਸ ਬੱਚੇ ਦਾ। ਚੱਕਰਵਰਤ ਹੋਵਹਿ ਭਵ ਮਾਹੀ। ਜਾਂ ਫਿਰ ਚੱਕਰਵਰਤੀ ਰਾਜਾ ਹੋਵੇਗਾ ਧਰਤੀ ਤੇ। ਕਰਹਿ ਦਿਗ ਵਿਜੈ ਸੰਸੈ ਨਾਹੀ। ਕੋਈ ਸ਼ੰਕਾ ਨਹੀਂ, ਫਿਰ ਸਭ ਨੂੰ ਜਿੱਤ ਲਵੇਗਾ। ਦਰਸ਼ਨ ਕੀ ਉਰ ਲਾਲਸ ਕੀਨਾ। ਫਿਰ ਹਰਦਿਆਲ ਪੰਡਤ ਜੀ ਦੇ ਮਨ ਵਿੱਚ ਹੁਲਾਰਾ ਆਇਆ। ਕਹਿੰਦੇ ਮਨਾ ਦਰਸ਼ਨ ਤਾਂ ਕਰ ਲੈ ਬੱਚੇ ਦੇ, ਜੇ ਅਵਤਾਰੀ ਪੁਰਸ਼ ਹੈ ਨਾ ਫਿਰ ਦਰਸ਼ਨ ਤਾਂ ਕਰਨੇ ਚਾਹੀਦੇ ਨੇ। ਮਨ ਚ ਹੁਲਾਰਾ ਆਇਆ, ਆਵਾਜ਼ ਆਈ ਮਨਾ ਦਰਸ਼ਨ ਕਰ ਲੈ। ਦੇਹ ਸਫਲ ਆਪਣੀ ਦਿਜ ਚੀਨੀ। ਪੰਡਤ ਜੀ ਨੇ ਕਿਹਾ ਵੀ ਦਰਸ਼ਨ ਕਰ ਲੈ ਤੇ ਇਹਦੇ ਨਾਲ ਤੇਰਾ ਜਨਮ ਸਫਲਾ ਹੋ ਜਾਊਗਾ, ਤੇਰਾ ਸਰੀਰ ਸਫਲਾ ਹੋ ਜਾਊਗਾ। ਇਹ ਮਨ ਬਣਾ ਕੇ ਪੰਡਤ ਜੀ ਫਿਰ ਸਤਿਗੁਰਾਂ ਜੀ ਦੇ ਪਾਵਨ ਸਰੀਰ ਨੂੰ ਬਚਪਨ ਦੇ ਵਿੱਚ ਅੰਦਰੋਂ ਮੰਗਾਉਂਦੇ ਨੇ। ਇਸ ਤੋਂ ਅਗਲਾ ਪ੍ਰਕਰਨ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਪੁੰਨਾਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ। ਏ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਏ ਅਪਰੰਪਰ ਹਰਿ ਹਰੇ ਹਾਇ ਪੀ ਹੋਵਨ ਹਾਰ। ਏ ਸੰਤਾਂ ਕੈ ਸਦਾ ਸੰਗ ਨਿਧਾਰਾਇ। ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ।
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।